श्री वाहिगुरु साहिब जी। श्री नानक पद पंकज कंदन पाद पंकज कंदन पिछले समय तो सतगुਰਾਂ ਦਾ पवित्र इतिहास विचार रहे हैं। आओ विचारों की सानू पाउण तो पहला गुरदेव सतगुਰਾਂ द्वारा बख्शिश की गई फतेह दोहराइए। आज्ञा पाइए आखो जी वाहिगुरू जी का खालसा वाहिगुरू जी की फतेह। धन साहिब श्री गुरु नानक देव जी महाराज अपनी चौथी उदासी के समय सत्तां समुद्रा सागरा सत्तां दीपां के दर्शन भाई बाले और मरदाने को करवा रहे हैं। उतों के जो बसन वाले नगर ने नगरों के विच जा करके महाराज इशनान नाम दान दियां बख्शिशां करते हैं, शुद्ध उपदेश दौराते हैं।
ਕਿਤੇ ਸ਼ਰਾਬ ਦਾ ਸਮੁੰਦਰ ਆਉਂਦਾ ਹੈ, ਕਿਤੇ ਦੁੱਧ ਦਾ ਸਮੁੰਦਰ ਆਉਂਦਾ ਹੈ, ਕਿਤੇ ਐਸਾ ਮਿੱਠਾ ਗੰਨੇ ਵਰਗਾ ਰਸ ਹੈ ਸਮੁੰਦਰ ਦੇ ਜਲ ਦਾ। ਐਸੇ ਵੱਖੋ ਵੱਖਰੇ ਸਮੁੰਦਰਾਂ ਨੂੰ ਪਾਰ ਕਰਦੇ ਹੋਏ ਮਹਾਰਾਜ ਇਹਨਾਂ ਸੱਤਾਂ ਦੀਪਾਂ ਦੇ ਅੰਦਰ ਵਿਚਰ ਰਹੇ। ਇਸ ਪ੍ਰਕਾਰ ਮਹਾਰਾਜ ਜਦੋਂ ਘਿਓ ਦਾ ਸਮੁੰਦਰ ਪਾਰ ਕਰਕੇ ਮਹਾਰਾਜ ਅੱਗੇ ਗਏ, ਉੱਥੋਂ ਦੇ ਰਾਜੇ ਨੂੰ ਪਤਾ ਲੱਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਨੇ, ਸਤਿਗੁਰਾਂ ਦੇ ਕੋਲ ਬੜੀਆਂ ਭੇਟਾਵਾਂ ਲੈ ਕੇ ਆਇਆ ਹੈ, ਪਰ ਮਹਾਰਾਜ ਨੇ ਸਾਰੀਆਂ ਵਾਪਸ ਕਰ ਦਿੱਤੀਆਂ ਨੇ। ਕਹਿ ਦਿੱਤਾ ਹੈ ਕਿ ਰਾਜਾ, ਜੋ ਭੇਟਾਂ ਤੂੰ ਲੈ ਕੇ ਆਇਆ ਹੈ ਇਹ ਸਾਡੇ ਕਿਸੇ ਕੰਮ ਦੀਆਂ ਨਹੀਂ। ਨਾਲੇ ਜਿਨ੍ਹਾਂ ਦੇ ਜੀਵਨ ਅੰਦਰ ਨਾਮ ਨਾ ਜਪਿਆ ਹੋਵੇ ਨਾ ਉਹਨਾਂ ਦਾ ਜੀਵਨ ਭਰਿੰਗ ਹੈ, ਲਾਹਨਤ ਯੋਗ ਹੈ, ਤੇ ਐਸੇ ਲਾਹਨਤਾਂ ਭਰੇ ਜੀਵਨ ਤੋਂ ਅਸੀਂ ਕਦੇ ਵੀ ਭੇਟਾਂ ਪ੍ਰਾਪਤ ਨਹੀਂ ਕਰਦੇ। ਕਹਿਣ ਲੱਗਾ, ਮਹਾਰਾਜ ਪਰ ਆਪ ਜੀ ਕਿਰਪਾ ਕਰੋ, ਕੋਈ ਐਸਾ ਉਪਦੇਸ਼ ਬਖਸ਼ੋ ਜੋ ਮੇਰਾ ਜੀਵਨ ਸਫਲ ਹੋ ਜਾਵੇ, ਮੇਰਾ ਜੀਵਨ ਲੇਖੇ ਦੇ ਵਿੱਚ ਲੱਗ ਜਾਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਤੁਹਾਨੂੰ ਜੀਵਨ ਅੰਦਰ ਸੁੱਖ ਬਹੁਤ ਬਖਸ਼ੇ ਨੇ ਪਰਮੇਸ਼ਰ ਨੇ, ਕਿਸੇ ਚੀਜ਼ ਦੀ ਕਮੀ ਨਹੀਂ। ਪਰ ਜਿਹੜੇ ਤੁਸੀਂ ਇਹ ਵਿਸ਼ੇ ਵਿਕਾਰ ਭੋਗਦੇ ਹੋ ਨਾ, ਇਹੀ ਨਰਕਾਂ ਦਾ ਰਸਤਾ ਬਣਾਈ ਬੈਠੇ ਨੇ। ਨਾਲੇ ਜਿਹੜੇ ਵਿਸ਼ੇ ਵਿਕਾਰਾਂ ਦਾ ਆਨੰਦ ਹੈ ਇਹ ਤਾਂ ਤੁਛ ਮਾਤਰ ਹੈ, ਘੜੀ ਤੋਂ ਘੜੀ ਆਉਣ ਵਾਲਾ ਹੈ। ਜਿਵੇਂ ਕਿਸੇ ਕੁੱਜੇ ਦੇ ਅੰਦਰ ਜਲ ਪਿਆ ਹੋਵੇ ਨਾ, ਤੇ ਬਹੁਤਾ ਲੰਬਾ ਸਮਾਂ ਪਿਆ ਹੋਵੇ, ਉਹ ਜਲ ਕੁੱਜੇ ਦੇ ਵਿੱਚ ਹੀ ਸੁੱਕ ਜਾਂਦਾ ਹੈ। ਉਹ ਥੋੜ੍ਹਾ ਜਲ ਹੁੰਦਾ ਹੈ, ਕੋਈ ਝੂਠੇ ਹੱਥ ਲਾ ਦੇਵੇ, ਵਿੱਚ ਧੁੱਪ ਸੁੱਟ ਦੇਵੇ ਤੇ ਉਹ ਝੂਠਾ ਵੀ ਹੋ ਜਾਂਦਾ ਹੈ। ਉਹ ਗਰਮੀ ਦੇ ਵਿੱਚ ਗਰਮ ਔਰ ਸਰਦੀ ਦੇ ਵਿੱਚ ਠੰਡਾ ਹੁੰਦਾ ਹੈ। ਐਸੇ ਔਗਣ ਹੁੰਦੇ ਨੇ ਉਸ ਥੋੜ੍ਹੇ ਜਲ ਕੁੱਜੇ ਦੇ ਜਲ ਨਾਲ। ਮਹਾਰਾਜ ਕਹਿੰਦੇ, ਇਸ ਤਰ੍ਹਾਂ ਵਿਸ਼ੇ ਵਿਕਾਰ ਜਾਣ ਲਵੋ। ਇਹ ਸਰੀਰ ਰੂਪੀ ਕੁੱਜੇ ਦੇ ਅੰਦਰ ਜੋ ਵਿਸ਼ੇ ਵਿਕਾਰ ਨੇ ਇਹ ਥੋੜ੍ਹੇ ਜਲ ਵਰਗੇ ਨੇ, ਇਹਨਾਂ ਵਿੱਚ ਅਨੇਕਾਂ ਹੀ ਔਗਣ ਸਮਾਏ ਹੋਏ ਨੇ। ਤੇ ਜੋ ਪਰਮੇਸ਼ਰ ਦੀ ਭਜਨ ਬੰਦਗੀ ਹੈ, ਨਿਤਨੇਮ ਕਰਨਾ, ਮਹਾਰਾਜ ਕਹਿੰਦੇ ਨਦੀ ਦੇ ਜਲ ਵਰਗਾ ਹੈ। ਜਿਵੇਂ ਨਦੀ ਬਰਸਾਤਾਂ ਦੀਆਂ ਰੁੱਤਾਂ ਦੇ ਵਿੱਚ ਵੱਧਦੀ ਜਾਂਦੀ ਹੈ, ਬਹੁਤਾ ਫੈਲਾਅ ਹੋ ਜਾਂਦਾ ਹੈ, ਔਰ ਗਰੀਕਮ ਰੁਕਦੇ ਆਉਂਦੇ ਹੀ ਗਰਮੀ ਦੇ ਵਿੱਚ ਘਟਣੀ ਸ਼ੁਰੂ ਹੋ ਜਾਂਦੀ ਹੈ। ਇੱਦਾਂ ਹੀ ਇਹ ਭਜਨ ਬੰਦਗੀ ਹੈ, ਨਿਤਨੇਮ ਹੈ। ਇਸ ਨੂੰ ਜਿੰਨਾ ਵਧਾਉਣਾ ਚਾਹੋ ਤੇ ਓਨਾ ਹੀ ਵਧਾ ਸਕਦੇ। ਇਸ ਨੂੰ ਨਾ ਕਰੀਏ ਤੇ ਇਹ ਘਟਦਾ ਜਾਂਦਾ ਹੈ। ਜਿੰਨੀ ਗੁਰਬਾਣੀ ਘੱਟ ਕਰਨੀ ਚਾਹੇ ਬੰਦਾ ਓਨੀ ਕਰ ਸਕਦਾ ਹੈ। ਪਰ ਜੇਕਰ ਬਿਲਕੁਲ ਗੁਰਬਾਣੀ ਪੜ੍ਹ ਨਹੀਂ ਸਕਦੇ ਵੇ, ਫਿਰ ਤਾਂ ਮੂਲ ਮੰਤਰ ਵਰਗੇ ਸ਼ਬਦ ਵੀ ਭੁੱਲ ਜਾਂਦੇ ਨੇ। ਮਹਾਰਾਜ ਕਹਿੰਦੇ, ਇਸੇ ਗੁਰਬਾਣੀ ਦੇ ਅੰਦਰੋਂ ਪਰਮੇਸ਼ਰ ਦੀ ਭਜਨ ਬੰਦਗੀ ਦੇ ਅੰਦਰੋਂ ਇੱਕ ਗਿਆਨ ਪੈਦਾ ਹੁੰਦਾ ਹੈ, ਜਿਸ ਗਿਆਨ ਦੀ ਬਾਬਤ ਜਾਣਿਆ ਜਾਂਦਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਬੈਠਾ ਹੈ। ਜਿਸ ਗਿਆਨ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਹਰ ਇੱਕ ਮਨੁੱਖ ਦੇ ਅੰਦਰ ਪਰਮੇਸ਼ਰ ਬੈਠਾ ਹੈ। ਮਹਾਰਾਜ ਕਹਿੰਦੇ, ਉਹ ਜਿਹੜਾ ਪਰਮੇਸ਼ਰ ਦਾ ਗਿਆਨ ਹੈ ਉਹ ਤਾਂ ਸਮੁੰਦਰ ਵਰਗਾ ਹੈ, ਕਦੇ ਵੀ ਘਟਦਾ ਵੱਧਦਾ ਹੈ। ਉਹਦੇ ਵਿੱਚੋਂ ਲੱਖਾਂ ਨਦੀਆਂ ਨਿਕਲ ਜਾਣ ਤੇ ਉਹ ਕਦੇ ਘਟਦਾ ਨਹੀਂ। ਉਹਦੇ ਵਿੱਚ ਲੱਖਾਂ ਨਦੀਆਂ ਆ ਕੇ ਡਿੱਗਦੀਆਂ ਨੇ ਤੇ ਸਮੁੰਦਰ ਕਦੇ ਵੱਧਦਾ ਸਥਿਤ ਰਹਿੰਦਾ ਹੈ, ਇੱਕ ਉਹ ਰਸ ਵਿੱਚ ਚੱਲਦਾ ਰਹਿੰਦਾ। ਮਹਾਰਾਜ ਇਸ ਪ੍ਰਕਾਰ ਉਸ ਜਿਹੜਾ ਉੱਥੋਂ ਦਾ ਦੀਪ ਹੈ ਨਾ, ਮਹਾਰਾਜ ਉਸ ਸਮੁੰਦਰ ਦੇ ਪਾਰਲੇ ਨਗਰ ਦੇ ਰੋਗੇ ਇਹ ਸਾਰਾ ਕੁਝ ਸਮਝਾ ਰਹੇ ਤੇ ਸਤਿਗੁਰਾਂ ਤੋਂ ਉਪਦੇਸ਼ ਲੈ ਕਰਕੇ ਸਾਰੇ ਨਿਹਾਲ ਹੋ ਰਹੇ ਨੇ। ਮਹਾਰਾਜ ਸਾਰਿਆਂ ਨੂੰ ਇੱਕੋ ਉਪਦੇਸ਼ ਦਿੰਦੇ ਨੇ, ਭਾਈ ਅੰਮ੍ਰਿਤ ਵੇਲੇ ਜਾਗੋ, ਇਸ਼ਨਾਨ ਕਰੋ, ਨਾਮ ਜਪੋ, ਸਾਰਾ ਦਿਨ ਕਿਰਤ ਕਮਾਈਆਂ ਕਰੋ, ਕੀਤੀ ਗਈ ਕਿਰਤ ਦੇ ਵਿੱਚੋਂ ਦਸਵੰਧ ਜ਼ਰੂਰ ਕੱਢੋ। ਇਸ ਪ੍ਰਕਾਰ ਮਹਾਰਾਜ ਇਸ ਦੀਪ ਨੂੰ ਅੱਗੇ ਲੰਘਦੇ ਜਾਂਦੇ ਨੇ, ਜਿਸ ਦਾ ਫੈਲਾਅ ਹੈ, ਜਿਸ ਸਮੁੰਦਰ ਦਾ ਜੋ ਫੈਲਾਅ ਹੈ, ਡੂੰਘਾਈ ਹੈ, ਇੱਥੇ 32 ਯੋਜਨ ਹੋ ਕੀਨੋ ਗਮਨ ਅਗਾਰੀ, ਇਹਦਾ 32 ਲੱਖ ਇਸ ਪ੍ਰਕਾਰ ਯੋਜਨ ਦੱਸਿਆ ਗਿਆ ਹੈ, ਜਿਹੜਾ ਇਸ ਸਮੁੰਦਰ ਦਾ ਵਿਸਥਾਰ ਸੀ।
इथों तक पिछलियां कथा विचारां आईयां सन। आओ इस प्रकार अगे गुर अभ्यास आउंदा है। मन चित बिरती एकाग्र करिए, शरधा भावना के नाल आउण वाला गुर अभ्यास श्रवण करिए जी। सतनाम श्री वाहिगुरु साहिब जीओ। चौपाई मद सागर को आए करारा। इस प्रकार गुरु नानक देव जी सतगुरु जो सो जदों उस नगर दे विच उपदेश दे के अगे चले ने, मद सागर को आए करारा। अगे एक समुद्र का किनारा आया है। दीप समान पुतो परमाना। इस दीप का जो शोभा है, जो आनंद है, वो जम्बू दीप वर्गी दसदे ने। पार गए कहे कृपा निधाना। महाराज उस समुद्र को पार करके जदों अगे लंघे ने, आवा पुष्कर दीप अगारी। अगे एक पुष्कर दीप आया है जी। पहुंचे तिहके जाए अगारी। महाराज जदों उस समुद्र को पार करके नगर विच गए ने, रुचर बलोक नकर कह माही। ਜਿਹੜਾ ਉਥੋਂ ਦਾ ਨਗਰ ਹੈ, ਭਾਈ ਬਾਲਾ ਜੀ ਕਹਿੰਦੇ ਬੜਾ ਸੁੰਦਰ ਹੀ ਨਗਰ ਹੈ। ਸਤਨਾਮ ਉਪਦੇਸ਼ ਤਹਾਹੀ। ਮਹਾਰਾਜ ਨੇ ਉੱਥੇ ਵੀ ਸਤਨਾਮ ਵਾਹਿਗੁਰੂ ਨਾਮ ਦਾ ਉਪਦੇਸ਼ ਬਖਸ਼ਿਆ ਹੈ। ਕਰਨੀ ਸੰਤਨ ਸੇਵ ਸੁਖਾਈ। ਉਥੋਂ ਦੇ ਲੋਕਾਂ ਨੂੰ ਸੰਤਾਂ ਮਹਾਂਪੁਰਖਾਂ ਲੋੜਵੰਦਾਂ ਦੀ ਸੇਵਾ ਕਰਨ ਵਾਸਤੇ ਸਿੱਖਿਆ ਦਿੱਤੀ ਹੈ। ਭਾਉ ਭਗਤ ਅਬਰਾਮ ਦ੍ਰਿੜਾਈ। ਜਿਹੜੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ, ਉਸ ਵਿੱਚ ਉਹਨਾਂ ਨੂੰ ਪ੍ਰਪੱਕ ਕੀਤਾ ਹੈ, ਦ੍ਰਿੜ ਕਰਵਾਈ ਹੈ। ਦਹਤੇ ਚੱਲ ਪਹੁੰਚੇ ਪ੍ਰਭ ਤਹਿਵਾ। ਇਸ ਪ੍ਰਕਾਰ ਮਹਾਰਾਜ ਉਸ ਪੁਸ਼ਕਰ ਨਗਰ ਤੋਂ ਅੱਗੇ ਚੱਲੇ ਨੇ। ਸਾਗਰ ਜਿਹਵਾ। ਜਿੱਥੇ ਇਹ ਸੱਤਵਾਂ ਦੀਪ ਹੈ, ਸੱਤਵਾਂ ਸਮੁੰਦਰ ਹੈ ਜੀ। ਤਟ ਪਰ ਠਾਂਡੇ ਕਿਰਪਾ ਨਿਧਾਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਮੁੰਦਰ ਦੇ ਕਿਨਾਰੇ ਉੱਪਰ ਖੜੇ ਨੇ। ਮਰਦਾਨੇ ਸੋ ਬਚਨ ਬਖਾਨਾ। ਔਰ ਭਾਈ ਮਰਦਾਨੇ ਤਾਈਂ ਸਤਿਗੁਰਾਂ ਨੇ ਕਹਿਣਾ ਕੀਤਾ ਹੈ। ਇਹੀ ਸਪਤਮੋ ਦੀਪ ਜਨੀਜੈ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ, ਆਪ ਜੀਆਂ ਨੇ ਸੱਤਾਂ ਦੀਪਾਂ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ ਸੀ। ਵੇਖੋ ਇਹ ਲਾਸਟ ਅਖੀਰਲਾ ਸੱਤਵਾਂ ਦੀਪ ਜਾਣਿਆ ਜਾਂਦਾ ਹੈ। 64 ਲੱਖ ਜੋਜਨ ਲਖ ਲੀਜੈ। 64 ਲੱਖ ਜੋਜਨ ਇਸ ਦਾ ਵਿਸਥਾਰ ਹੈ। ਇਸ ਸਮਾਨ ਇਹ ਸਾਗਰ ਜਨ ਕੋ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇੰਨਾ ਫਲਾਹ ਹੈ, ਇੰਨੀ ਦੂਰੀ ਹੈ ਇਸ ਸਮੁੰਦਰ ਦੀ। ਮਿਸਟਰ ਵੀਰ ਤੋਂ ਸਰਬ ਪਛਾਨੋ। ਤੇ ਇਸ ਸਮੁੰਦਰ ਦਾ ਜਿਹੜਾ ਜਲ ਹੈ ਨਾ, ਖੰਡ ਵਰਗਾ ਮਿੱਠਾ ਹੈ। ਸੁਣ ਕੇ ਪ੍ਰਸਨ ਕੀਨ ਵਰਦਾਨੇ। ਇਸ ਪ੍ਰਕਾਰ ਸੁਣ ਕਰਕੇ ਸਤਿਗੁਰਾਂ ਦੇ ਬਚਨ ਇੱਕ ਹੋਰ ਪ੍ਰਸ਼ਨ ਭਾਈ ਮਰਦਾਨੇ ਨੇ ਕੀਤਾ ਹੈ। ਇਸ ਤੇ ਪਰ ਕਿਆ ਕਰੋ ਬਖਾਨੇ। ਕਹਿਣ ਲੱਗਾ ਮਹਾਰਾਜ, ਇਸ ਦੇ ਬਾਰੇ ਮੈਨੂੰ ਦੱਸਣਾ ਕਰੋ, ਇਸ ਸਮੁੰਦਰ ਤੋਂ ਪਾਰ ਕੀ ਹੈ। ਰਹੇ ਕੌਣ ਕੈਸੀ ਹੈ ਧਰਨੀ। ਇਸ ਸਮੁੰਦਰ ਤੋਂ ਪਾਰ ਕੌਣ ਰਹਿੰਦਾ ਹੈ ਔਰ ਕੈਸੀ ਧਰਤੀ ਹੈ। ਪਹੁੰਚੇ ਤਹਾਂ ਕੌਣ ਕਰ ਕਰਨੀ। ਮਹਾਰਾਜ ਉੱਥੇ ਕੋਈ ਰਹਿੰਦਾ ਹੈ, ਉੱਥੇ ਕੋਈ ਜਾਂਦਾ ਹੈ, ਉੱਥੋਂ ਕੋਈ ਆਉਂਦਾ ਹੈ ਕਿ ਨਹੀਂ। ਅੰਤਰ ਜਾਮੀ ਕਿਹੜਾ ਉਚਾਰੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬੋਲੇ ਨੇ, ਸੌਰ ਨਰ ਦਾਨਵ ਕੋ ਨਾ ਅਗਾੜੀ। ਭਾਈ ਮਰਦਾਨਾ ਜੀ, ਨਾ ਤਾਂ ਉੱਥੇ ਦੇਵਤੇ ਰਹਿੰਦੇ ਨੇ, ਨਾ ਉੱਥੇ ਦੈਂਤ ਨੇ, ਨਾ ਹੀ ਕਿਸੇ ਮਨੁੱਖ ਦਾ ਵਾਸਾ ਹੈ। ਕੰਚਨ ਕੀ ਚਿਤ ਕੇਤਕ ਜਾਨਾ। ਇਸ ਤੋਂ ਅੱਗੇ ਤਾਂ ਇੱਕ ਸੋਨੇ ਦੀ ਧਰਤੀ ਆਉਂਦੀ ਹੈ, ਜੋ ਸਾਰੀ ਹੀ ਸੁਨਹਿਰੀ ਨਜ਼ਰ ਆਉਂਦੀ ਹੈ। ਦਹਤੇ ਪਰੇ ਪਹਾੜ ਮਹਾਨਾ। ਤੇ ਉਸ ਧਰਤੀ ਤੋਂ ਅੱਗੇ ਵੱਡੇ ਵੱਡੇ ਪਹਾੜ ਆਉਂਦੇ ਨੇ। ਲੋਕਾ ਲੋਕ ਨਾਮ ਹੈ ਜਾਪੋ। ਤੇ ਉਸ ਧਰਤੀ ਦਾ, ਉਹਨਾਂ ਪਹਾੜਾਂ ਦਾ ਨਾਮ
ਲੋਕਾਂ ਲੋਕ ਦੱਸਿਆ ਜਾਂਦਾ ਹੈ। ਬਹੁ ਵਿਸਤਾਰ ਜਾਣੀਏ ਹੈ ਤਾਕੋ ਉਹ ਬੜਾ ਵਿਸਥਾਰ ਹੈ, ਬੜੀ ਧਰਤੀ ਵੱਡੀ ਹੈ, ਬੜੇ ਪਹਾੜ ਉੱਚੇ ਨੇ ਜੀ। ਜੋ ਮੇਰੇ ਦੀਪਨ ਕੇ ਇਸ ਸੂਰ ਪ੍ਰਕਾਰ ਇਹਨਾਂ ਸੱਤਾਂ ਦੀਪਾਂ ਦੇ ਚਾਰੇ ਪਾਸੇ ਐਸੇ ਸੁੰਦਰ ਪਹਾੜ ਸੋਭਦੇ ਨੇ। ਤਿਸਤੇ ਪਰੇ ਨ ਅਵਨੀ ਕੋ ਬਸ ਉਸ ਤੋਂ ਅੱਗੇ ਕੋਈ ਵੀ ਧਰਤੀ ਨਜ਼ਰ ਨਹੀਂ ਆਉਂਦੀ। ਤਿਸਤੇ ਉਰੇ ਪ੍ਰਕਾਸ਼ ਹਿਸਾਰੇ ਬਸ ਇਹਨਾਂ ਪਹਾੜਾਂ ਤੋਂ, ਇਸ ਸਮੁੰਦਰ ਤੋਂ ਉਰੇ ਹੀ ਇਹ ਸਾਰੀਆਂ ਚੀਜ਼ਾਂ ਪ੍ਰਕਾਸ਼ਿਤ ਹੁੰਦੀਆਂ ਨੇ। ਮਾਰਤਾਂਡ ਸਾਗਰ ਸੁਤ ਤਾਰੇ ਜੋ ਵੀ ਅਸਮਾਨ ਦੇ ਵਿੱਚ ਸੂਰਜ, ਚੰਦਰਮਾ ਔਰ ਤਾਰੇ ਚਮਕਦੇ ਨਜ਼ਰ ਆਉਂਦੇ ਨੇ। ਪਰੇ ਨ ਕਾਕੋ ਹੋਏ ਪ੍ਰਕਾਸ਼ਾ ਸਮੁੰਦਰ ਤੋਂ ਪਾਰਲੇ ਪਾਸੇ ਇਹਨਾਂ ਚੀਜ਼ਾਂ ਦਾ ਪ੍ਰਕਾਸ਼ ਨਹੀਂ ਹੁੰਦਾ। ਕਾਟੋ ਬਟੋ ਅੰਧੇਰੋ ਰਾਤਾ ਬਸ ਬਹੁਤ ਹੀ ਘੋਰ ਅੰਧੇਰਾ ਹੀ ਅੰਧੇਰਾ ਹੈ। ਦੁਪਰਾ ਜੇ ਦਵਾਦਸ ਸੂਰਜ ਚੜ੍ਹਦੇ ਜੇਕਰ ਉੱਥੇ 12 ਸੂਰਜ ਵੀ ਚੜ ਆਵਣ ਸਰਪ ਸਿਆਮ ਹੋ ਜਾਏ ਤੇ ਸਾਰੇ ਸੂਰਜ ਕਾਲੇ ਹੀ ਕਾਲੇ ਨਜ਼ਰ ਆਉਂਦੇ ਨੇ। ਉੱਥੇ ਇਹਨਾਂ ਦੀ ਰੋਸ਼ਨੀ ਕੰਮ ਨਹੀਂ ਕਰਦੀ। ਆਪ ਚਲ ਜੰਬੂ ਦੀਪ ਕੋ ਚਲੋ ਭਾਈ ਮਰਦਾਨਾ ਜੀ, ਹੁਣ ਵਾਪਸ ਮੁੜੀਏ, ਜੰਬੂ ਦੀਪ ਵੱਲ ਚਲੀਏ। ਧਰਤ ਪੁਨੀਤ ਸੁਹਾਏ ਜਿੱਥੇ ਬੜੀ ਹੀ ਸੁੰਦਰ ਧਰਤੀ ਸੋਭਾ ਪਾਉਂਦੀ ਹੈ। ਜੋ ਪਈ ਅਸ ਕਹਿ ਸ੍ਰੀ ਗੁਰ ਲੀਨ ਉਡਾਰੀ ਇਸ ਪ੍ਰਕਾਰ ਮਹਾਰਾਜ ਨੇ ਅਖੀਰਲੇ ਸਮੁੰਦਰ ਤੋਂ ਉਡਾਰੀ ਭਰੀ ਹੈ। ਜੰਬੂ ਆਵਨ ਇੱਛਾ ਧਾਰੀ ਸਤਿਗੁਰੂ ਜੀ ਅਲੋਪ ਹੋਏ ਨੇ ਔਰ ਜੰਬੂ ਦੀਪ ਆਉਣ ਦੀ ਇੱਛਾ ਕੀਤੀ ਹੈ। ਮਨ ਚਿਤਵਨ ਜਿਉ ਕਹਾਂ ਸਧਾਏ ਜਿੱਥੇ ਵੀ ਮਹਾਰਾਜ ਦੇ ਮਨ ਅੰਦਰ ਖਿਆਲ ਆਉਂਦਾ ਹੈ, ਉੱਥੇ ਪਲ ਵਿੱਚ ਪਹੁੰਚਦੇ ਨੇ ਜੀ। ਸਰਬ ਦੀਪ ਤਜ ਕਰ ਸੋ ਆਏ ਮਹਾਰਾਜ ਸਾਰਿਆਂ ਦੀਪਾਂ ਨੂੰ ਛੱਡ ਕਰਕੇ ਵਾਪਸ ਆਏ ਨੇ। ਦੁਪਰਾ ਸ੍ਰੀ ਗੁਰ ਚਰਨ ਸਰੋਜ ਕੋ ਕਵੀ ਸੰਤੋਖ ਸਿੰਘ ਜੀ ਕਹਿੰਦੇ, ਐਸੇ ਗੁਰੂ ਨਾਨਕ ਪਾਤਸ਼ਾਹ ਦੇ ਜੋ ਚਰਨ ਹਨ ਉਹ ਕਮਲ ਦੇ ਫੁੱਲਾਂ ਵਰਗੇ ਨੇ ਜੀ। ਹਿਰਦੈ ਧਿਆਨ ਧਨ ਰੋਜ ਤੇ ਜਿਹੜੇ ਗੁਰਸਿੱਖ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਦਾ ਆਪਣੇ ਹਿਰਦੇ ਅੰਦਰ ਧਿਆਨ ਰੱਖਦੇ ਨੇ, ਪਾਏ ਸਮਤ ਕੋ ਓਜ ਅਤ ਉਹ ਸ੍ਰੇਸ਼ਟ ਮਤ ਦੇ ਧਾਰਨੀ ਹੁੰਦੇ ਨੇ ਜੀ। ਨਿਜ ਸਰੂਪ ਕੋ ਖੋਜ ਤੇ ਜੋ ਸਰੀਰ ਦੇ ਅੰਦਰ ਆਤਮਾ ਹੈ, ਸ਼ੁੱਧ ਸਰੂਪ ਹੈ, ਪਰਮੇਸ਼ਰ ਹੈ, ਉਸ ਨੂੰ ਲੱਭ ਲੈਂਦੇ ਨੇ। ਸ੍ਰੀ ਬਾਲਾ ਸੰਤਰਵਾਚ ਸਤਿਗੁਰੂ ਗੁਰਤਾ ਨਾਲ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅਗਲਾ ਇਤਿਹਾਸ ਇਸ ਪ੍ਰਕਾਰ ਸੁਣਾਉਂਦੇ ਨੇ। ਚੌਪਈ ਸ੍ਰੀ ਅੰਗਦ ਸੁਣੀਏ ਗੁਣ ਪੂਰਨ ਹੈ ਗੁਣਾ ਦੀ ਖਾਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸੁਣਨਾ ਕਰੋ। ਆਏ ਜੰਬੂ ਮਹਿ ਪਨ ਤੂਰਨ ਅਸੀਂ ਪਲ ਦੇ ਵਿੱਚ ਉਹਨਾਂ ਅਖੀਰਲੇ ਸਮੁੰਦਰਾਂ ਤੋਂ ਅਲੋਪ ਹੋਏ ਔਰ ਜੰਬੂ ਦੀਪ ਵਿੱਚ ਆਉਣਾ ਕੀਤਾ ਹੈ। ਸਹਿਜ ਸੁਭਾਇਕ ਆਏ ਸਹੇਲੋ ਸਹਿਜ ਹੀ ਇਸ ਪ੍ਰਕਾਰ ਅਸੀਂ ਜਦੋਂ ਵਿਚਰਦੇ ਸੀ। ਹੋਤ ਭਇਓ ਸਿੱਧਨ ਸੋ ਮੇਲੋ ਤੇ ਜਿਨ੍ਹਾਂ 83 ਸਿੱਧਾਂ ਨਾਲ ਕਦੇ ਸ਼ਮੇਰ ਪਰਬਤ ਤੇ ਅਸੀਂ ਗੋਸ਼ਟ ਗੱਲਬਾਤ ਵਿਚਾਰ ਕੀਤੀ ਸੀ ਨਾ, ਉਹ ਸਿੱਧ ਹੁਣ ਸਾਨੂੰ ਇੱਥੇ ਆ ਮਿਲੇ ਨੇ। ਗੋਰਖ ਤਪਸੋ ਸੁਤੋ ਸਥਾਨਾ ਉਸ ਨੂੰ ਗੋਰਖ ਤਪਾ ਕਿਹਾ ਜਾਂਦਾ। ਉਸ ਅਸਥਾਨ ਨੂੰ ਗੋਰਖ ਤਪਾ ਦੇ ਨਾਲ ਸਦਾਇਆ ਜਾਂਦਾ ਸੀ। ਬੈਠ ਗਏ ਤਹੇ ਕਿਰਪਾ ਨਿਧਾਨ ਕਿਰਪਾ ਨੇ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉੱਥੇ ਵਿਰਾਜ ਗਏ ਨੇ। ਸਭ ਸਿੱਧਨ ਮਿਲ ਇੱਕ ਤਿਲ ਲੀਨੋ ਤੇ ਸਾਰਿਆਂ ਸਿੱਧਾਂ ਨੇ ਮਿਲ ਕਰਕੇ ਵਿਚਾਰ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਸੰਸਾਰ ਦੇ ਵਿੱਚ ਕਿਰਤ ਕਰਨ ਦਾ, ਨਾਮ ਜਪਣ ਦਾ ਔਰ ਵੰਡ ਛਕਣ ਦਾ ਉਪਦੇਸ਼ ਦਿੰਦੇ। ਠੀਕ ਹੈ, ਕਿਰਤ ਵੀ ਕੀਤੀ ਜਾ ਸਕਦੀ ਹੈ, ਨਾਮ ਵੀ ਜਪਿਆ ਜਾ ਸਕਦਾ ਹੈ, ਪਰ ਹਰ ਇੱਕ ਚੀਜ਼ ਵੰਡ ਕੇ ਛਕੀ ਨਹੀਂ ਜਾ ਸਕਦੀ।
ਜੇਕਰ ਮਨੁੱਖ ਕੋਲ ਆਪਣੇ ਕੋਲ ਹੀ ਨਾ ਹੋਵੇ, ਘੱਟ ਹੋਵੇ, ਆਪਣੇ ਜੋਗੀ ਹੋਵੇ ਤੇ ਵੰਡ ਕੇ ਕਿਵੇਂ ਛਕੇਗਾ। ਇਹ ਮਨ ਦੇ ਵਿੱਚ ਸ਼ੰਕਾ ਕੀਤੀ ਸੰਗਤ ਜੀ, ਤੇ ਸਤਿਗੁਰਾਂ ਤਾਈਂ ਇੱਕ ਤਿਲ ਫੜਾਇਆ ਹੈ। ਸਿੱਧਰ ਮਿਲ ਇੱਕ ਤਿਲ ਲੀਨੋ, ਗੁਰ ਆਗੇ ਭੇਟ ਸੋ ਧਰ ਦੀਨੋ। ਤੇ ਗੁਰੂ ਨਾਨਕ ਦੇਵ ਜੀ ਅੱਗੇ ਇੱਕ ਤਿਲ ਰੱਖਿਆ ਹੈ। ਕਥਿਓ ਕੇ ਸਭ ਮਹਿ ਦਿਨੋ ਵਰਤਾਈ। ਤੇ ਕਹਿਣ ਲੱਗੇ ਨੇ ਗੁਰੂ ਨਾਨਕ ਪਾਤਸ਼ਾਹ, ਤੁਸੀਂ ਕਹਿੰਦੇ ਹੋ ਵੰਡ ਕੇ ਛਕਣਾ ਚਾਹੀਦਾ, ਆਹ ਲਓ ਇੱਕ ਤਿਲ ਦਿੱਤਾ। 84 ਅਸੀਂ ਬੈਠੇ ਹਾਂ, ਸਾਡੇ ਨਾਲ 9 ਨਾਥ ਹੈ ਤੇ 3 ਤੁਸੀਂ ਹੋ। ਇਸ ਤਿਲ ਨੂੰ ਵਰਤਾ ਕੇ ਵਿਖਾਓ। ਨੀਰ ਕਰਾਏ ਦੀਨ ਕਹਿ ਖਾਈ। ਤੇ ਜਿਹੜਾ ਆਸੇ ਪਾਸੇ ਪਾਣੀ ਸੀ ਨਾ, ਪਾਣੀ ਦੇ ਸੋਮੇ ਸਨ, ਤੇ ਸਾਰੇ ਹੀ ਇਹਨਾਂ ਸਿੱਧਾਂ ਨੇ ਸ਼ਕਤੀ ਦੇ ਨਾਲ ਸਾਰੇ ਨਾਸ਼ ਕਰ ਦਿੱਤੇ, ਸਾਰਾ ਪਾਣੀ ਸੁਕਾ ਦਿੱਤਾ। ਸਰਬ ਪ੍ਰਕਾਰ ਜਾਨ ਗੁਰਖਾਨੀ। ਤੇ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਮਨ ਦੀ ਈਰਖਾ ਹਰ ਪ੍ਰਕਾਰ ਜਾਣਦੇ ਨੇ। ਮੇਰੇ ਸੰਗ ਕਪੀ ਅਸਬਾਨੀ। ਤੇ ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਪਰ ਪਾਤਸ਼ਾਹ ਮੇਰੇ ਤਾਈਂ ਬੋਲੇ ਨੇ। ਇਹ ਬਾਲੇ ਘੋਟ ਹੋ ਨੀਕੇ। ਤੇ ਮਹਾਰਾਜ ਨੇ ਭਾਈ ਬਾਲੇ ਨੂੰ ਕਿਹਾ ਹੈ, ਭਾਈ ਬਾਲਾ ਜੀ ਜਿਹੜਾ ਇੱਕ ਤਿਲ ਦਿੱਤਾ ਹੈ ਨਾ, ਇਸ ਨੂੰ ਘੁੱਟ ਨਾ ਕਰੋ, ਰਗੜ ਨਾ ਕਰੋ। ਅੱਜ ਵੀ ਨਿਹੰਗ ਸਿੰਘ ਫੌਜਾਂ ਰਗੜੇ ਲਾਉਂਦੀਆਂ ਨੇ, ਸ਼ਰਦਾਈਆਂ ਲੱਗਦੀਆਂ ਨੇ ਤਖਤਾਂ ਦੇ ਉੱਪਰ, ਪਾਤਸ਼ਾਹ ਦੇ ਤਖਤਾਂ ਦੇ ਉੱਪਰ, ਦਰਬਾਰਾਂ ਦੇ ਵਿੱਚ। ਇਹ ਜਿਹੜੇ ਸ਼ਰਦਾਈ ਦਾ ਕਾਰਜ ਆ ਨਾ, ਔਰ ਜਿਹੜਾ ਰਗੜੇ ਲਾਉਣ ਦਾ ਕਾਰਜ, ਅੱਜ ਭਾਵੇਂ ਅਸੀਂ ਆਪਣੇ ਮੂੰਹ ਤੋਂ ਬੈੜੇ ਬੋਲ ਬੋਲਦੇ ਹਾਂ ਕਿ ਜਿਹੜੇ ਨਿਹੰਗ ਸਿੰਘ ਨੇ ਇਹ ਤਾਂ ਬਸ ਪਹਿਲੇ ਸੁੱਖਾ ਪੀਣ ਵਾਲੇ, ਪਰ ਇਹ ਜਿਹੜੀ ਰਗੜਾ ਲਾਉਣ ਦੀ ਰੀਤ ਆ, ਰਿਵਾਜ ਆ, ਸ਼ਰਦਾਈ ਲਾਉਣ ਦਾ ਰਿਵਾਜ, ਇਹ ਚੱਲਿਆ ਕਿੱਥੋਂ? ਇਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪਣੇ ਪੰਥ ਅੰਦਰ ਬਖਸ਼ਿਆ ਹੈ। ਤੇ ਮਹਾਰਾਜ ਨੇ ਭਾਈ ਬਾਲੇ ਨੂੰ ਵਚਨ ਕੀਤੇ, ਭਾਈ ਬਾਲਾ ਆਪ ਤਿਲ ਫੜੋ ਤੇ ਇਸ ਨੂੰ ਰਗੜ ਨਾ ਕਰੋ। ਗੋਬਰ ਵਰਤਾਵੋ ਮਤ ਸਭ ਹੀ ਕੇ। ਤੇ ਇਸ ਨੂੰ ਰਗੜ ਕਰਕੇ ਫਿਰ ਸਾਰਿਆਂ ਵਿੱਚ ਵਰਤਾਵਾ ਕਰੋ ਜੀ। ਤੁਝੀ ਦੂਰ ਸਾਤਾ ਬਹਿਬਾਰੀ। ਤੇ ਜਿੱਥੇ ਮਹਾਰਾਜ ਵਿਰਾਜੇ ਹੋਏ ਸਨ, ਉਹ ਤੋਂ ਬਹੁਤੀ ਦੂਰੀ ਤੇ ਇੱਕ ਨਦੀ ਵਗਦੀ ਸੀ। ਉੱਚੇ ਸੋ ਗੁਰੂ ਗਫਾਰੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਨਦੀ ਵੱਲ ਮੁਖ ਕਰਕੇ ਜਦੋਂ ਆਵਾਜ਼ ਮਾਰੀ ਹੈ, ਸੋ ਆਈ ਤਤਕਾਲ ਅਕਾਰੀ। ਤੇ ਪਲ ਦੇ ਵਿੱਚ ਸਤਿਗੁਰਾਂ ਵੱਲ ਨੂੰ ਉਸਨੇ ਵਗਣਾ ਸ਼ੁਰੂ ਕੀਤਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਨੇ, ਤੇ ਪਰਮੇਸ਼ਰ ਨੇ ਇਹ ਸਾਰੀਆਂ ਜਿਹੜੀਆਂ ਧਾਤਾਂ ਨੇ, ਸਾਰਾ ਜੋ ਸੰਸਾਰ ਪੈਦਾ ਕੀਤਾ ਹੈ, ਮਹਾਰਾਜ ਦੇ ਭੈ ਦੇ ਅੰਦਰ ਹੀ ਇਹ ਦਰਿਆ ਔਰ ਸਮੁੰਦਰ ਚੱਲਦੇ ਨੇ। ਆਸਾ ਜੀ ਦੀ ਵਾਰ ਪੜ੍ਹੀਏ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਭੈ ਵਿੱਚ ਚੱਲ ਹੈ ਲੱਖ ਦਰਿਆਓ। ਇਹ ਜਿਹੜੇ ਸਮੁੰਦਰ ਨੇ, ਸੂਰਜ ਨੇ, ਤਾਰੇ ਨੇ, ਆਦਿਕ ਨਦੀਆਂ ਨੇ, ਇਹ ਸਾਰੇ ਹੀ ਪਰਮੇਸ਼ਰ ਦੇ ਹੁਕਮ ਵਿੱਚ ਨੇ। ਤੇ ਪਰਮੇਸ਼ਰ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਆਵਾਜ਼ ਮਾਰੀ ਹੈ ਨਾ ਨਦੀ, ਤੇ ਇਸ ਪ੍ਰਕਾਰ ਪਲ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਪਾਸ ਪਹੁੰਚੀ ਹੈ ਜੀ। ਮਨ ਕੋ ਬੁਲਾਈ ਕਿਨ ਕੋ ਪਾਰੀ। ਭਾਈ ਬਾਲਾ ਜੀ ਕਹਿੰਦੇ ਅਸੀਂ ਖੜੇ ਵੇਖਦੇ ਰਹੇ ਕਿੱਦਾਂ ਨਦੀ ਸਤਿਗੁਰਾਂ ਦੇ ਚਰਨਾਂ ਵੱਲ ਆਈ ਹੈ। ਜਿਵੇਂ ਕਿਸੇ ਨੇ ਕੋਈ ਗਾਂ ਪਾਲੀ ਹੋਵੇ ਤੇ ਆਵਾਜ਼ ਮਾਰ ਕੇ ਆਪਣੇ ਪਸ਼ੂ ਨੂੰ, ਆਪਣੀ ਗਾਂ ਨੂੰ ਬੁਲਾਵੇ ਨਾ, ਤੇ ਗਾਂ ਦੌੜੀ ਆਉਂਦੀ ਹੈ। ਇੱਦਾਂ ਇਹ ਨਦੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਈ ਹੈ। ਤੇ ਜਲ ਪਾਤਰ ਭਰ ਲੀਨੋ। ਇਧਰ ਭਾਈ ਬਾਲੇ ਨੇ ਇਸ ਪ੍ਰਕਾਰ ਉਸ ਤਿਲ ਨੂੰ ਰਗੜਨਾ ਕੀਤਾ ਹੈ, ਤੇ ਭਾਈ ਮਰਦਾਨੇ ਨੇ ਉਸ ਨਦੀ ਵਿੱਚੋਂ ਜਲ ਭਰਿਆ ਹੈ। ਤਿਲ ਕੋ ਘੋਟ ਮਿਲਾਵਨ ਕੀਨੋ। ਤੇ ਉਸ ਨੂੰ ਰਗੜ ਕਰਕੇ ਤਿਲ ਨੂੰ ਉਸ ਜਲ ਦੇ ਵਿੱਚ ਜਦੋਂ ਮਿਲਾਇਆ ਹੈ ਜੀ। ਮਨ ਸਭ ਸਿੱਧਨ ਮਹਿ ਵਰਤਾਵਾ। ਤੇ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਇਹਨਾਂ ਸਾਰਿਆਂ ਸਿੱਧਾਂ ਦੇ ਵਿੱਚ ਵਰਤਾਉਣਾ ਕਰੋ। ਇੱਕ ਤਿਲ ਸਾਡੀ ਤਲੀ ਤੇ ਰੱਖ ਕੇ ਕਹਿੰਦੇ ਸੀ ਵਰਤਾ ਕੇ ਵਿਖਾਓ। ਇਹਨਾਂ ਨੂੰ ਕਹੋ ਜਿੰਨੀ ਜਿੰਨੀ ਸਮਰੱਥਾ ਹੈ, ਸਮਰੱਥਾ ਤੋਂ ਵੱਧ ਕੇ ਛਕਣਾ ਕਰੋ ਜੀ। ਤਿੰਨ ਸਮਾਜ ਅਤ ਭੇਖਤ ਲਜਾਵਾ। ਇਸ ਪ੍ਰਕਾਰ ਮਨ ਹੀ ਮਨ ਵਿੱਚ ਸੋਚਦੇ ਨੇ ਕਿ
ਸੀ ਤਾਂ ਮਹਾਰਾਜ ਨੂੰ ਇੱਕ ਦਿਲ ਬਣਾਇਆ ਸੀ ਕਿ ਸੋਚ ਸੋਚ ਕੇ ਸ਼ਰਮਸਾਰ ਹੁੰਦੇ ਨੇ। ਬੋਲਿਓ ਮੰਗਲ ਨਾਥ ਸਜਾਨਾ। ਤੇ ਪਰ ਉਹਨਾਂ 84 ਸਿੱਧਾਂ ਦੇ ਵਿੱਚੋਂ ਇੱਕ ਮੰਗਲ ਨਾਥ ਸਿੱਧ ਜਿਹਦੀ ਸਤਿਗੁਰਾਂ ਉੱਪਰ ਬੜੀ ਸ਼ਰਧਾ ਹੈ ਉਹ ਬੋਲਿਆ ਹੈ। ਕਲਮਹਿ ਤੁਮ ਅਵਤਾਰ ਮਹਾਨਾ। ਕਿ ਮਹਾਰਾਜ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪ ਜੀ ਬੜੇ ਮਹਾਨ ਅਵਤਾਰ ਹੋ। ਅਲਖ ਨਿਰੰਜਨ ਮੂਰਤ ਰੂਰੀ। ਮਹਾਰਾਜ ਆਪ ਜੀ ਪਰਮੇਸ਼ਰ ਰੂਪ ਹੋ ਜੀ। ਸਭ ਵਿਦ ਕੀ ਅਜਮਤ ਧਰ ਪੂਰੀ। ਮਹਾਰਾਜ ਹਰ ਇੱਕ ਪੱਖ ਤੋਂ ਆਪ ਜੀ ਸੰਪੂਰਨ ਸਰਬ ਕਲਾ ਸਮਰੱਥ ਹੋ। ਤੁਮਰੀ ਸਰਬਰ ਮੂਰਖ ਕਰਹੀ। ਮਹਾਰਾਜ ਤੁਹਾਡੀ ਬਰਾਬਰੀ ਤਾਂ ਮੂਰਖ ਬੰਦੇ ਕਰਦੇ ਜੋ ਤੁਹਾਨੂੰ ਨੀਵਾਂ ਬਣਾਉਣਾ ਚਾਹੁੰਦੇ ਨੇ ਜਾਂ ਤੁਹਾਡੇ ਬਰਾਬਰ ਦਾ ਬਣ ਕੇ ਬੈਠਦੇ ਨੇ। ਇਹ ਸਾਰਾ ਕੁਝ ਮੂਰਖ ਬੰਦਿਆਂ ਦੀ ਕਰਨੀ ਹੈ। ਬਹੁ ਲਜਾਏ ਲਜੈ ਦੁਖ ਭਰਹੀ। ਇਸ ਪ੍ਰਕਾਰ ਹਰ ਸ਼ਰਮਸਾਰ ਹੁੰਦੇ ਨੇ। ਪਹਿਲਾਂ ਆਪ ਜੀਆਂ ਦੀ ਬਰਾਬਰੀ ਕਰਦੇ ਨੇ, ਜਦੋਂ ਬਰਾਬਰੀ ਨਹੀਂ ਹੁੰਦੀ ਤੇ ਸ਼ਰਮਸਾਰ ਹੁੰਦੇ ਨੇ ਤੇ ਬਹੁਤਾ ਦੁੱਖ ਪਾਉਂਦੇ ਨੇ ਜੀ। ਮਨਮੁਖ ਮਹਿਮਾ ਜਾਣਹਿ ਨਾਹੀ। ਮਹਾਰਾਜ ਜਿਹੜੇ ਮਨਮੁਖ ਲੋਕ ਨੇ ਉਹ ਆਪ ਜੀਆਂ ਦੀ ਮਹਿਮਾ ਆਪ ਜੀਆਂ ਦੀ ਸ਼ਕਤੀ ਜਾਣਦੇ ਨਹੀਂ। ਨਿਜ ਹੰਕਾਰ ਵਿਖੇ ਕਰਬਾਹੀ। ਮਹਾਰਾਜ ਬਸ ਮਨ ਦੇ ਅੰਦਰ ਹੰਕਾਰ ਹੀ ਹੰਕਾਰ ਹੈ ਤੇ ਆਪਣੇ ਹੰਕਾਰ ਦੇ ਵਿੱਚ ਹੀ ਗਰਭ ਕਰਦੇ ਨੇ। ਤੁਮਹਿ ਪਛਾਨ ਕੇ ਸੇ ਗੁਣ ਖਾਨੀ। ਮਹਾਰਾਜ ਕੋਈ ਵਿਰਲਾ ਵਿਰਲਾ ਹੈ ਜੋ ਆਪ ਜੀਆਂ ਨੂੰ ਪਹਿਚਾਣਦਾ ਹੈ। ਸੁਣ ਸ੍ਰੀ ਨਾਨਕ ਉਚਰੀ ਬਾਣੀ। ਇਸ ਪ੍ਰਕਾਰ ਮੰਗਲ ਨਾਥ ਦੇ ਬਚਨ ਸੁਣ ਕਰਕੇ ਫੇਰ ਗੁਰੂ ਨਾਨਕ ਦੇਵ ਜੀ ਸਤਿਗੁਰੂ ਬੋਲੇ ਨੇ। ਮੰਗਲ ਨਾਥ ਸੁਣੋ ਤੁਮ ਐਸੇ। ਹੇ ਮੰਗਲ ਨਾਥ ਸਹਿਤ ਤੂੰ ਸਾਡੇ ਬਚਨ ਸੁਣਨਾ ਕਰ। ਨਾਮ ਬਿਨਾ ਕਤ ਹੋਤ ਨ ਕੈਸੇ। ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਇਹਦੇ ਤੋਂ ਬਿਨਾ ਮੁਕਤੀ ਨਹੀਂ ਹੁੰਦੀ। ਨਾਮਹੀਨ ਨਰ ਨਰਕ ਸੁਧਾਵਕੇ। ਤੇ ਜਿਹੜੇ ਨਾਮ ਤੋਂ ਹੀਣੇ ਨੇ ਜਿਹਨੇ ਮਨੁੱਖਾ ਜੀਵਨ ਪ੍ਰਾਪਤ ਕਰਕੇ ਨਾਮ ਨਹੀਂ ਜਪਿਆ, ਸੇਵਾ ਸਿਮਰਨ ਨਹੀਂ ਕੀਤਾ, ਉਹ ਅੰਤਲੇ ਸਮੇਂ ਨਰਕਾਂ ਨੂੰ ਜਾਣਗੇ ਜੀ। ਬੇਮੁਖ ਨਾਮ ਅਦਕ ਦੁਖ ਪਾਵਕੇ। ਜਿਹੜੇ ਬੇਮੁਖ ਬੰਦੇ ਹਨ ਉਹ ਇਸ ਪ੍ਰਕਾਰ ਨਰਕਾਂ ਦੇ ਵਿੱਚ ਪੈ ਕਰਕੇ ਭਾਰੀ ਦੁੱਖ ਪ੍ਰਾਪਤ ਕਰਨਗੇ। ਸੁਣ ਕੇ ਬੋਲਿਓ ਭੰਗਰ ਬੈਨਾ। ਸੁਣ ਕਰਕੇ ਉਹਨਾਂ ਸਿੱਧਾਂ ਦੇ ਵਿੱਚ ਇੱਕ ਭੰਗਰ ਨਾਥ ਸਿੱਧ ਜੋ ਸਤਿਗੁਰਾਂ ਦੇ ਨਾਲ ਬੜੀ ਈਰਖਾ ਕਰਦਾ ਉਹ ਬੋਲਿਆ ਹੈ। ਜੋਗ ਗਿਆਨ ਬਿਨ ਕੇਵਲ ਹੈ ਨਾ। ਮਹਾਰਾਜ ਜੋ ਜੋਗ ਹੈ, ਜੋਗ ਤੋਂ ਬਿਨਾਂ ਗਿਆਨ ਪੈਦਾ ਨਹੀਂ ਹੁੰਦਾ ਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਤੁਮ ਕੈਸੇ ਕੈ ਨਾਮ ਬਖਾਨ ਹੋ। ਮਹਾਰਾਜ ਤੁਸੀਂ ਕਿਵੇਂ ਨਾਮ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਕਿ ਨਾਮ ਹੀ ਸਭ ਕੁਝ ਹੈ। ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਹੀ ਸਭ ਪਦਾਰਥ ਮੁਕਤੀ ਆਦਿ ਪ੍ਰਾਪਤ ਹੁੰਦੀ ਹੈ। ਜਿਹੜਾ ਜੋਗ ਹੈ ਜੋਗ ਦੇ ਵਿੱਚੋਂ ਗਿਆਨ ਪੈਦਾ ਹੁੰਦਾ ਹੈ। ਮਨ ਮਹਿ ਮਤ ਨਾ ਹਮਾਰੋ ਜਾਣ ਹੋ। ਮਹਾਰਾਜ ਤੁਸੀਂ ਮਨ ਦੇ ਅੰਦਰ ਸਾਡੇ ਮਤ ਨੂੰ ਸਾਡੇ ਜੋਗ ਨੂੰ ਧਾਰਨ ਕਿਉਂ ਨਹੀਂ ਕਰਦੇ। ਤੋਮਰਾ ਗੁਰੂ ਕਹੈ ਸ੍ਰੀ ਨਾਮ ਮੈਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਹੈ ਜਬ ਹੀ ਮਾਨਾ ਤਤ ਪਾਏ। ਇਸ ਪ੍ਰਕਾਰ ਜਦੋਂ ਮਨ ਦੇ ਵਿੱਚ ਆ ਕੇ ਟਿਕਦਾ ਹੈ ਨਾ ਕੋਈ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦੇਵੇ ਤੇ ਮਨ ਟਿਕਾਓ ਵਿੱਚ ਆਉਂਦਾ ਹੈ। ਈਸ਼ਰ ਕਰਨਾ ਤੇ ਤਪੈ। ਐਸੀ ਈਸ਼ਰ ਪਰਮੇਸ਼ਰ ਦੀ ਕਿਰਪਾ ਸਦਕਾ ਗਿਆਨ ਹਿਰਦੈ ਹਵੈ ਜਾਏ। ਤੇ ਪਰਮੇਸ਼ਰ ਦਾ ਗਿਆਨ ਤਾਂ ਆਪਣੇ ਆਪ ਹੀ ਹੋ ਜਾਂਦਾ ਹੈ। ਪਰਮੇਸ਼ਰ ਦੇ ਗਿਆਨ ਵਾਸਤੇ ਸਰੀਰ ਤੇ ਸੁਆਹ ਮਾਰਨ ਦੀ ਲੋੜ ਨਹੀਂ, ਕੰਨ ਫੜਾ ਕੇ ਮੁੰਦਰਾ ਪਾਉਣ ਦੀ ਲੋੜ ਨਹੀਂ। ਇਸ ਪ੍ਰਕਾਰ ਆਪਣੇ ਘਰ-ਬਾਰ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ। ਜਦੋਂ ਪਰਮੇਸ਼ਰ ਦੀ ਬੰਦਗੀ ਕਰੀਏ ਨਾ, ਨਿਤਨੇਮ ਕਰੀਏ ਸ਼ਰਧਾ ਭਾਵਨਾ ਦੇ ਨਾਲ ਤੇ ਪਰਮੇਸ਼ਰ ਕਿਰਪਾ ਕਰਦਾ ਹੈ ਤੇ ਕਿਰਪਾ ਦਾ ਸਦਕਾ ਉਹ ਮਨੁੱਖ ਨੂੰ ਗਿਆਨ ਕਰਵਾਉਂਦਾ ਹੈ। ਨਾਮ ਬਿਨਾ ਨਹੀਂ ਜੋਗ ਹੈ। ਤੇ ਜਿਹੜਾ ਤੁਸੀਂ ਯੋਗ ਕਰਦੇ ਹੋ ਜੇਕਰ ਕੇਵਲ ਯੋਗ ਹੀ
ਕਰੀ ਜਾਓ ਤੇ ਇਹ ਵੀ ਕਿਸੇ ਭਾਵ ਵਿੱਚ ਨਹੀਂ ਆਉਂਦਾ। ਜੇਕਰ ਯੋਗ ਦੇ ਨਾਲ ਨਾਲ ਤੁਸੀਂ ਨਾਮ ਜਪੋਗੇ ਫਿਰ ਇਹ ਕੀਤਾ ਹੋਇਆ ਯੋਗ ਤੁਹਾਡਾ ਸਫਲਾ ਹੋਵੇਗਾ। ਦੇਖੋ ਹਿਰਦੈ ਵਿਚਾਰ ਮਹਾਰਾਜ ਕਹਿੰਦੇ ਹਿਰਦੇ ਅੰਦਰ ਵਿਚਾਰ ਕੇ ਵੇਖ ਲਵੋ। ਤਾਤੇ ਸੁਖੀ ਸਹਿਤ ਮਹਿ ਇਸ ਪ੍ਰਕਾਰ ਜਦੋਂ ਸਤਿਗੁਰਾਂ ਨੇ ਬਚਨ ਕੀਤੇ ਨੇ ਔਰ ਸਾਰਿਆਂ ਸਿੱਧਾਂ ਦੇ ਵਿੱਚ ਨਾਮ ਲਖੋ ਸੁਖਕਾਰ। ਇਸ ਪ੍ਰਕਾਰ ਮਹਾਰਾਜ ਨੇ ਨਾਮ ਦੀ ਮਹਿਮਾ ਕੀਤੀ ਹੈ ਕਿ ਜਿਹੜਾ ਨਾਮ ਹੈ ਇਹ ਸਾਰੇ ਸੁੱਖਾਂ ਦਾ ਦਾਤਾ ਹੈ। ਸੁਰਖਾ ਅਪਸੈ ਸ੍ਰੇਸ਼ਟ ਨਾਮ ਹੈ। ਮਹਾਰਾਜ ਕਹਿੰਦੇ ਸੰਸਾਰ ਵਿੱਚ ਜੋ ਸਭ ਤੋਂ ਉੱਚਾ ਸਭ ਤੋਂ ਵੱਡਾ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ। ਨੌਕਾ ਕਲ ਕਾਲ ਮਹਿ ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਹੜਾ ਨਾਮ ਹੈ ਇਹ ਜਹਾਜ਼ ਵਰਗਾ ਬੇੜੀ ਵਰਗਾ ਹੈ। ਸਬਦ ਭਲਿਓ ਅਬਰਾਮ ਤੇ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਮੁਖ ਤੋਂ ਸੁੰਦਰ ਸ਼ਬਦ ਵਿਚਾਰਿਆ ਹੈ। ਸਿੱਧਨ ਕੋ ਲੱਜਤ ਕਾਰਨ ਮਹਾਰਾਜ ਸਿੱਧਾਂ ਨੂੰ ਸ਼ਰਮਸਾਰ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸ਼ੀਸ਼ਾ ਵਿਖਾਉਣਾ ਚਾਹੁੰਦੇ ਨੇ ਕਿ ਹੈ ਤੁਸੀਂ ਕੀ ਤੇ ਲੋਕਾਂ ਨੂੰ ਤੁਸੀਂ ਕੀ ਵਿਖਾਉਂਦੇ ਹੋ। ਇਸ ਪ੍ਰਕਾਰ ਸਤਿਗੁਰੂ ਜੀ ਉਚਾਰਦੇ ਨੇ। ਰਾਮਕਲੀ ਮਹਲਾ ਪਹਿਲਾ ਰਾਮਕਲੀ ਰਾਗ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਜਗ ਪ੍ਰਬੁੱਧ ਤੇ ਮੜੀ ਵਧਾਵਤੇ ਮਹਾਰਾਜ ਕਹਿੰਦੇ ਸੰਸਾਰ ਨੂੰ ਤਾਂ ਤੁਸੀਂ ਸਿੱਖਿਆ ਦਿੰਦੇ ਹੋ, ਸੰਸਾਰ ਨੂੰ ਤਾਂ ਤੁਸੀਂ ਸਿੱਖਿਆ ਦਿੰਦੇ ਸਮਝਾਉਂਦੇ ਹੋ ਤੇ ਮਰਨ ਤੋਂ ਬਾਅਦ ਆਪਣੀਆਂ ਮੜੀਆਂ ਬਣਾਉਂਦੇ ਹੋ ਕਿ ਸਾਡੀਆਂ ਮੜੀਆਂ ਬਣਾਈਆਂ ਜਾ। ਪਰ ਆਉਂਦੇ ਜਾਂਦੇ ਲੋਕ ਉਹਨਾਂ ਮੜੀਆਂ ਤੇ ਸਮਾਧਾਂ ਦੇ ਉੱਪਰ ਮੱਥਾ ਟੇਕਣ। ਮਹਾਰਾਜ ਕਹਿੰਦੇ ਸੰਸਾਰ ਨੂੰ ਕੀ ਸਿੱਖਿਆ ਦਿੰਦੇ ਹੋ ਤੇ ਆਪਣੀਆਂ ਮੜੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਵਾਉਂਦੇ ਹੋ। ਆਸਨ ਤਿਆਗ ਕਾਹੇ ਸਚ ਪਾਵਤੇ ਮਹਾਰਾਜ ਕਹਿੰਦੇ ਜਦੋਂ ਸ਼ੁਭ ਗੁਣਾਂ ਦਾ ਆਸਨ ਛੱਡ ਦੇਵੇ ਨਾ ਕੋਈ ਫਿਰ ਸੱਚ ਪ੍ਰਾਪਤ ਨਹੀਂ ਹੁੰਦਾ। ਅਵਗੁਣਾਂ ਵਾਲੇ ਬੰਦੇ ਨੂੰ ਕਿੱਥੇ ਸੱਚ ਚੰਗਾ ਲੱਗਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ਼ੁਭ ਗੁਣਾਂ ਦਾ ਆਸਨ ਛੱਡ ਦਿੱਤਾ ਉਹਨਾਂ ਨੂੰ ਕਦੇ ਵੀ ਸੱਚ ਪ੍ਰਾਪਤ ਨਹੀਂ ਹੁੰਦਾ। ਮਮਤਾ ਮੁਖ ਕਾਮਨ ਹਿਤਕਾਰੀ ਮਹਾਰਾਜ ਕਹਿੰਦੇ ਸੰਸਾਰ ਦੇ ਨਾਲ ਮਮਤਾ ਕਰਦੇ ਹੋ ਤੇ ਸਰੀਰ ਦਾ ਤੁਹਾਨੂੰ ਉਹ ਬਹੁਤ ਹੈ ਵੀ ਕਹਿੰਦੇ ਇਹਦੇ ਵਿੱਚੋਂ ਸਵਾਸ ਨਿਕਲ ਨਾ ਜਾਣਾ, ਸਾਡੀ ਮੌਤ ਨਾ ਹੋ ਜਾਵੇ। ਇਸ ਲਈ ਯੋਗ ਸਾਧਨਾ ਦੇ ਨਾਲ ਸਵਾਸ ਵਧਾਉਂਦੇ ਰਹਿੰਦੇ ਹੋ, ਉਮਰਾਂ ਲੰਮੀਆਂ ਕਰਦੇ ਹੋ। ਕਾਮਣ ਹਿਤਕਾਰੀ ਜੋ ਸੰਸਾਰ ਦੇ ਪਦਾਰਥ ਹਨ, ਜੋ ਸੰਸਾਰ ਅੰਦਰ ਵਿਕਾਰ ਹਨ, ਉਹਨਾਂ ਨਾਲ ਤੁਸੀਂ ਪ੍ਰੇਮ ਕਰਦੇ ਹੋ। ਨਾ ਔਤੁਤੀ ਨਾ ਸੰਸਾਰੀ ਤੇ ਨਾ ਹੀ ਤੁਸੀਂ ਦਰਖਤ ਸਾਧੂਆਂ ਵਿੱਚ ਆਉਂਦੇ ਹੋ, ਨਾ ਹੀ ਤੁਸੀਂ ਸੰਨਿਆਸੀ ਹੋ ਤੇ ਨਾ ਹੀ ਤੁਸੀਂ ਸੰਸਾਰੀ ਹੋ। ਇਸ ਪ੍ਰਕਾਰ ਨਾ ਤਾਂ ਸੰਸਾਰ ਘਰ ਦੇ ਵਿੱਚ ਰਹਿ ਕਰਕੇ ਆਪਣੇ ਪਰਿਵਾਰ ਵਿੱਚ ਰਹਿੰਦੇ ਹੋ ਤੇ ਜੰਗਲਾਂ ਦੇ ਵਿੱਚ ਜਾ ਕਰਕੇ ਵੀ ਪਰਿਵਾਰ ਵਿੱਚ ਤੁਹਾਡੀ ਸਿੱਧੀ ਬੁੱਧੀ ਜਿਹੜੀ ਖੁੱਭੀ ਰਹਿੰਦੀ ਹੈ। ਜੰਗਲਾਂ ਦੇ ਵਿੱਚ ਜਾ ਕਰਕੇ ਵੀ ਸੰਸਾਰ ਵੱਲ ਤੁਹਾਡੀ ਰੁਚੀ ਬਣੀ ਰਹਿੰਦੀ ਹੈ। ਨਾ ਤਾਂ ਤੁਸੀਂ ਸੰਨਿਆਸੀ ਹੋ ਤੇ ਨਾ ਹੀ ਤੁਸੀਂ ਸੰਸਾਰੀ ਹੋ। ਜੋਗੀ ਬੈਸ ਰੱਖੋ ਦੁਬਦਾ ਦੁਖ ਭਾਗੈ ਮਹਾਰਾਜ ਕਹਿੰਦੇ ਹੈ ਜੋਗੀਓ ਸ਼ੁਭ ਗੁਣਾਂ ਦੇ ਆਸਣ ਤੇ ਬੈਠੋ। ਜੋ ਮਨ ਦੇ ਅੰਦਰ ਤੁਹਾਡੇ ਦੁਬਿਧਾ ਆਏ ਨਾ, ਜੋ ਸ਼ੰਕਾ ਹੈ ਕਿ ਸੰਸਾਰ ਨਾਲ ਜੁੜੀਏ ਜਾਂ ਨਿਰੰਕਾਰ ਦੇ ਨਾਲ ਜੁੜੀਏ, ਇਹ ਦੂਰ ਹੋਵੇਗੀ। ਘਰ ਕਰਮਾਗਤ ਲਾਜ ਨਾ ਲਾਗੇ ਮਹਾਰਾਜ ਕਹਿੰਦੇ ਘਰ ਘਰ ਜਾ ਕੇ ਮੰਗਦੇ ਹੋ ਤੇ ਇਸ ਪ੍ਰਕਾਰ ਜਦੋਂ ਤੁਸੀਂ ਕਿਸੇ ਨੂੰ ਉਪਦੇਸ਼ ਦਿੰਦੇ ਹੋ ਤੇ ਔਰਤਾਂ ਨੂੰ ਬੁਰਾ ਭਲਾ ਬੋਲਦੇ ਹੋ, ਫਿਰ ਘਰ ਘਰ ਜਾ ਕੇ ਔਰਤਾਂ ਵੱਲੋਂ ਪਕਾਏ ਪ੍ਰਸ਼ਾਦੇ ਉਹ ਮੰਗਦੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਰਾਉ ਦਾ ਵਿਸ਼ਰਾਮ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗਾਵਨ ਗੀਤ ਨਾ ਜੀਨਹਿ ਆਪ ਮਹਾਰਾਜ ਕਹਿੰਦੇ ਘਰ ਘਰ ਜਾ ਕੇ ਰੱਬ ਦੇ ਨਾਮ ਤੇ ਮੰਗਦੇ, ਪਰਮੇਸ਼ਰ ਦੇ ਗੁਣ ਗਾਉਣੇ ਆ ਲੋਕਾਂ ਦੇ ਵਿੱਚ ਜਾ ਕਰਕੇ ਤੇ ਆਪ ਕਦੇ ਜੀਣਿਆ ਹੀ ਨਹੀਂ, ਭਾਵ ਆਪ ਕਦੇ ਜਾਣਿਆ ਹੀ ਨਹੀਂ ਕਿ ਪਰਮੇਸ਼ਰ ਹੈ ਕੀ। ਪਰਮੇਸ਼ਰ ਦਾ ਪਤਾ ਟਿਕਾਣਾ ਆਪ ਨੂੰ ਪਤਾ ਨਹੀਂ
ਤੇ ਲੋਕਾਂ ਤਾਈਂ ਦੱਸਦੇ ਹੋ। ਕਿਉ ਲਾਗੀ ਨਿਵਰੈ ਪ੍ਰਤਾਪ। ਮਹਾਰਾਜ ਕਹਿੰਦੇ ਚੰਗਾ ਘਰ-ਬਾਰ ਵੇਖ ਕਰਕੇ, ਕਿਸੇ ਬੰਦੇ ਦੀ ਚੰਗੀ ਔਰਤ ਔਰ ਪੁੱਤਰ ਧੀਆਂ ਵੇਖ ਕਰਕੇ ਤੁਹਾਡੇ ਮਨ ਦੇ ਅੰਦਰ ਅੱਗ ਲੱਗ ਜਾਂਦੀ ਹੈ। ਕਿਸੇ ਕੋਲ ਚੰਗੀ ਜਾਇਦਾਦ ਵੇਖ ਕੇ, ਪੈਸਾ ਧਨ ਪਦਾਰਥ ਵੇਖ ਕੇ ਤੁਸੀਂ ਇਸ ਪ੍ਰਕਾਰ ਈਰਖਾ ਦੀ ਅੱਗ ਵਿੱਚ ਸੜਦੇ ਹੋ। ਗੁਰ ਕੈ ਸ਼ਬਦ ਰਚੈ ਮਨ ਭਾਏ। ਮਹਾਰਾਜ ਕਹਿੰਦੇ ਜਿਨ੍ਹਾਂ ਜੋਗੀਆਂ ਨੇ ਗੁਰੂ ਦੇ ਸ਼ਬਦ ਗ੍ਰਹਿਣ ਕਰ ਲਏ ਨੇ, ਜਿਨ੍ਹਾਂ ਦੇ ਮਨ ਨੂੰ ਗੁਰਬਾਣੀ ਭਾ ਗਈ ਹੈ, ਮਿੱਠਿਆ ਸਹਿਜ ਵਿਚਾਰੀ ਖਾਏ। ਉਹ ਸਬਰ ਸੰਤੋਖ ਦਾ ਜੀਵਨ ਜਿਉਂਦੇ ਨੇ ਤੇ ਇਸ ਪ੍ਰਕਾਰ ਨਾਮ ਰੂਪੀ ਭੋਜਨ ਛਕਦੇ ਨੇ ਜੀ। ਭਸਮ ਚੜਾਏ ਕਰਹੇ ਪਾਖੰਡੂ। ਮਹਾਰਾਜ ਕਹਿੰਦੇ ਸਰੀਰ ਉੱਪਰ ਸੁਆਹਾਂ ਮਲ ਮਲ ਬੈਠਦੇ ਹੋ, ਇਹ ਸਾਰਾ ਹੀ ਤੁਹਾਡਾ ਪਖੰਡ ਹੈ। ਮਾਇਆ ਮੋਹ ਸਹੇ ਜਮ ਡੰਡ। ਮਹਾਰਾਜ ਕਹਿੰਦੇ ਮਾਇਆ ਦੇ ਨਾਲ ਮੋਹ ਕਰਦੇ ਹੋ, ਘਰ ਦੇ ਕੰਮ ਧੰਦੇ ਤਿਆਗ ਦਿੱਤੇ ਨੇ ਕਿ ਅਸੀਂ ਸਾਧੂ ਬਣ ਗਏ ਹਾਂ, ਸੰਤ ਬਣ ਗਏ ਹਾਂ, ਜੋਗੀ ਬਣ ਗਏ ਹਾਂ, ਤੇ ਮਹਾਰਾਜ ਕਹਿੰਦੇ ਫਿਰ ਲੋਕਾਂ ਤੋਂ ਹੀ ਮਾਇਆ ਦੇ ਮੱਥੇ ਟਿਕਾਉਣੇ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਐਸੇ ਪਖੰਡੀਆਂ ਨੂੰ ਜਮਾਂ ਦੇ ਭਾਰੀ ਡੰਡ ਸਹਿਣੇ ਪੈਣਗੇ ਜੀ। ਪਾਖਰ ਭੀਖ ਨ ਭਾਏ। ਮਹਾਰਾਜ ਕਹਿੰਦੇ ਜਿਵੇਂ ਟੁੱਟਿਆਂ ਭਾਂਡਿਆਂ ਦੇ ਵਿੱਚ ਕਦੇ ਵੀ ਪਦਾਰਥ ਨਹੀਂ ਪੈਂਦੇ, ਭਿਖਿਆ ਨਹੀਂ ਪੈਂਦੀ। ਮੰਦਨ ਬਾਦਿਆ ਆਵੇ ਜਾਵੇ। ਤੇ ਮਹਾਰਾਜ ਕਹਿੰਦੇ ਇਸ ਪ੍ਰਕਾਰ ਤੁਹਾਡੇ ਮਨ ਪਰਮੇਸ਼ਰ ਨਾਲੋਂ ਟੁੱਟ ਚੁੱਕੇ ਨੇ ਤੇ ਬੰਧਨ ਬਾਧਿਆ ਆਵੇ ਜਾਏ। ਸੰਸਾਰ ਦੇ ਬੰਧਨਾਂ ਦੇ ਵਿੱਚ ਵੱਜੇ ਹੋਏ, ਸੰਸਾਰ ਤੋਂ ਦੌੜੇ ਹੋ, ਘਰ ਦੇ ਵਿੱਚੋਂ ਦੌੜ ਗਏ ਹੋ ਕੰਮਾਂ ਧੰਦਿਆਂ ਨੂੰ ਛੱਡ ਕਰਕੇ, ਪਰ ਫਿਰ ਵੀ ਸੰਸਾਰ ਦੇ ਨਾਲ ਵੱਜੇ ਹੋਏ ਹੋ। ਇਸ ਲਈ ਤੁਹਾਨੂੰ ਵਾਰ-ਵਾਰ ਮਰਨਾ ਪਵੇਗਾ ਔਰ ਵਾਰ-ਵਾਰ 84 ਲੱਖ ਜੂਨਾਂ ਵਿੱਚ ਜੰਮੋਗੇ। ਬੇਅੰਤ ਨਾ ਰੱਖੇ ਜਤੀ ਕਹਾਵਤੇ। ਮਹਾਰਾਜ ਕਹਿੰਦੇ ਜਿਹੜਾ ਪ੍ਰਕਿਰਤੀ ਪੈਦਾ ਕਰਨ ਵਾਲੀ ਸ਼ਕਤੀ ਹੈ ਉਸ ਨੂੰ ਸਾਂਭ ਕੇ ਨਹੀਂ ਰੱਖਦੇ, ਜਦ ਸਤ ਨਹੀਂ ਰੱਖਦੇ, ਪਰਾਇਆ ਘਰਾਂ ਦੇ ਵਿੱਚ ਭੋਗ ਵਿਲਾਸ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਜਿਹੜਾ ਪਿੰਦਾ ਹੈ ਉਸ ਨੂੰ ਸਾਂਭ ਕੇ ਨਹੀਂ ਰੱਖਦੇ ਤੇ ਆਪਣੇ ਆਪ ਨੂੰ ਜਤੀ ਸਤੀ ਅਖਵਾਉਂਦੇ ਹੋ। ਮਾਈ ਮਾਗਤ ਤ੍ਰੈਲੋ ਭਾਵਤੇ। ਹਰ ਇੱਕ ਦਰਵਾਜ਼ੇ ਉੱਪਰ ਜਾ ਕੇ ਮਾਈ ਕਹਿ ਕੇ ਘਰ ਦੇ ਵਿੱਚ ਆਵਾਜ਼ ਮਾਰਦੇ ਹੋ ਤੇ ਜਦੋਂ ਕੋਈ ਭਿਖਿਆ ਪਾਉਣ ਆਵੇ ਉਸ ਦਾ ਸੁੰਦਰ ਸਰੂਪ ਔਰਤ ਦਾ ਵੇਖ ਕੇ ਲੁਭਾਏਮਾਨ ਹੁੰਦੇ ਹੋ। ਨਿਰਦਇਆ ਨਹੀਂ ਜੋਤ ਉਜਾਲਾ। ਮਹਾਰਾਜ ਕਹਿੰਦੇ ਨਿਰਦਇਆ ਨਹੀਂ ਜੋਤ ਉਜਾਲਾ, ਨਿਰਦਈ ਹੋ ਤੁਸੀਂ, ਤੁਹਾਡੇ ਅੰਦਰ ਪਰਮੇਸ਼ਰ ਦੇ ਸੱਚ ਦਾ ਉਜਾਲਾ ਨਹੀਂ ਹੋਇਆ। ਮੁਕਤ ਬੂਟੇ ਸਰਬ ਜੰਜਾਲਾ। ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਹੋ ਕਿਉਂਕਿ ਸੰਸਾਰ ਸਮੁੰਦਰ ਦੇ ਅੰਦਰ ਜੋ ਜੰਜਾਲ ਹਨ ਉਹਨਾਂ ਵਿੱਚ ਤੁਸੀਂ ਵੱਜੇ ਹੋ। ਭੇਖ ਕਰੇ ਖਿੰਖਾ ਬਹੁਤ ਠੁਆ। ਮਹਾਰਾਜ ਕਹਿੰਦੇ ਐਵੇਂ ਹੀ ਬਸ ਭੇਖ ਬਣਾਇਆ ਭਗਵੇਂ ਜੇ ਤੁਸੀਂ ਕੱਪੜੇ ਪਾਏ ਨੇ, ਮੋਢਿਆਂ ਦੇ ਉੱਪਰ ਝੋਲੀਆਂ ਪਾਈਆਂ ਨੇ ਤੇ ਹੱਥਾਂ ਦੇ ਵਿੱਚ ਭਿਖਿਆ ਮੰਗਣ ਵਾਲੇ ਤੁਸੀਂ ਖੱਪਰ ਪਕੜੇ ਨੇ। ਝੂਠੋ ਖੇਲ ਖੇਲੇ ਬਹੁ ਨਟੂਆ। ਮਹਾਰਾਜ ਕਹਿੰਦੇ ਹੈ ਜੋਗੀਓ, ਜਦੋਂ ਸਾਰਾ ਕੁਝ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਮਿਲਦਾ ਸੀ ਫਿਰ ਧਨ ਪਦਾਰਥ ਪੁੱਤਰ ਧੀਆਂ ਨੂੰ ਛੱਡ ਕੇ ਕਿਉਂ ਬਾਗੀ ਹੋਏ? ਕਿਉਂ ਤੁਸੀਂ ਉਹਨਾਂ ਨੂੰ ਛੱਡ ਕੇ ਦੂਰ ਆ ਗਏ? ਜੇਕਰ ਫੇਰ ਘਰ ਘਰ ਜਾ ਕੇ ਹੀ ਮੰਗਣਾ ਸੀ, ਫੇਰ ਪਰਿਵਾਰਾਂ ਦੇ ਕੋਲੋਂ ਮੰਗਣਾ ਸੀ ਤੇ ਫਿਰ ਆਪਣੇ ਪਰਿਵਾਰਾਂ ਨੂੰ ਕਿਉਂ ਛੱਡਿਆ? ਮਹਾਰਾਜ ਕਹਿੰਦੇ ਝੂਠੇ ਖੇਲ ਖੇਲੇ ਬਹੁ ਨਟੂਆ। ਇਹ ਸਾਰਾ ਜਿਹੜਾ ਤੁਸੀਂ ਖੇਡ ਖੇਡਦੇ ਹੋ ਨਾ ਸੰਸਾਰ ਦੇ ਵਿੱਚ ਇਹ ਝੂਠਾ ਹੈ। ਅੰਦਰ ਅਗਨ ਚਿੰਤਾ ਬਹੁ ਜਾਰੇ। ਤੇ ਤੁਹਾਡੇ ਅੰਦਰ ਹਿਰਦੇ ਅੰਦਰ ਜਿਹੜੀ ਚਿੰਤਾ ਦੀ ਅਗਨੀ ਬਲਦੀ ਰਹਿੰਦੀ ਹੈ। ਵਿਨ ਕਰਮਾ ਕੈਸੇ ਉਤਰਸ ਪਾਰੇ। ਮਹਾਰਾਜ ਕਹਿੰਦੇ ਸ਼ੁਭ ਕਰਮ ਕਰਨ ਤੋਂ ਬਿਨਾਂ ਕਿਵੇਂ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਹੋਵੇਗਾ? ਮੁੰਦਰਾ ਫਾਟਕ ਬਨਾਈ ਕਾਨ। ਮਹਾਰਾਜ ਕਹਿੰਦੇ ਕੰਨਾਂ ਦੇ ਵਿੱਚ ਤੁਸੀਂ ਕੱਚ ਦੀਆਂ ਮੁੰਦਰਾਂ ਤਾਂ ਪਾ ਲਈਆਂ। ਮੁਕਤ ਨਹੀਂ ਵਿਦਿਆ ਵਿਗਿਆਨ। ਮਹਾਰਾਜ ਕਹਿੰਦੇ ਪਰ ਉਹਨਾਂ ਕੰਨਾਂ ਵਿੱਚ ਤਾਂ ਪਰਮੇਸ਼ਰ ਦੀ ਗੁਰਬਾਣੀ ਦਾ ਗਿਆਨ ਪਾਉਣਾ ਸੀ,
ਉਹਨਾਂ ਕੰਨਾਂ ਵਿੱਚ ਤਾਂ ਸਤ ਸੰਗਤ ਦੇ ਵਿੱਚ ਬੈਠ ਕਰਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ ਸੀ। ਜਿਨ੍ਹਾਂ ਕੰਨਾਂ ਦੇ ਵਿੱਚ ਤੁਸੀਂ ਮੁੰਦਰਾ ਪਾਈ ਬੈਠੇ ਹੋ ਨਾ, ਉਹਨਾਂ ਕੰਨਾਂ ਵਿੱਚ ਤਾਂ ਪਰਮੇਸ਼ਰ ਦੇ ਗੀਤ ਪਾਉਣੇ ਸਨ। ਮੁਕਤ ਨਹੀਂ, ਵਿਦਿਆ ਤੇ ਗਿਆਨ ਕੰਨਾਂ ਦੇ ਵਿੱਚ ਮੁੰਦਰਾ ਪਾ ਲਈਆਂ, ਮੁਕਤ ਨਹੀਂ ਹੋਵੋਗੇ। ਜਿੰਨਾ ਸਮਾਂ ਇਹਨਾਂ ਕੰਨਾਂ ਦੇ ਵਿੱਚ ਗੁਰਬਾਣੀ ਨਹੀਂ ਪੈਂਦੀ, ਇਹਨਾਂ ਕੰਨਾਂ ਵਿੱਚ ਕਥਾ ਕੀਰਤਨ ਦੀ ਆਵਾਜ਼ ਨਹੀਂ ਪੈਂਦੀ ਜੀ। ਜਿਨ੍ਹਾਂ ਇੰਦਰੀ ਸਾਧ ਲੋਭਾਨਾ। ਮਹਾਰਾਜ ਕਹਿੰਦੇ ਜੀਭ ਚੰਗੇ ਪਦਾਰਥ, ਚੰਗੇ ਭੋਜਨ ਛਕਣ ਦੀ ਤੁਹਾਡੀ ਜੀਭ ਦੀ ਇੱਛਾ ਹੈ। ਵਿਕਾਰ ਭੋਗਣ ਲਈ ਤੁਹਾਡੀ ਇੰਦਰੀ ਦੀ ਇੱਛਾ ਹੈ। ਇਹਨਾਂ ਸਵਾਦਾਂ ਦੇ ਵਿੱਚ ਤੁਸੀਂ ਲੁਭਾਏ ਮਾਣ ਹੋਏ ਹੋ। ਪਸ਼ੂ ਭਏ ਨਹੀਂ ਮਿਟੈ ਨੀਸਾਨਾ। ਮਹਾਰਾਜ ਕਹਿੰਦੇ 84 ਲੱਖ ਜੂਨਾਂ ਵਿੱਚੋਂ ਨਿਕਲ ਕਰਕੇ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ ਤੇ ਤੁਹਾਡਾ ਸਰੀਰ ਤਾਂ ਮਨੁੱਖਾਂ ਵਾਲਾ ਹੈ, ਪਰ ਪਸ਼ੂਆਂ ਵਾਲੀ ਬਿਰਤੀ ਹਜੇ ਮਿਟੀ ਨਹੀਂ। ਜਿਵੇਂ ਸੁਖਮਣੀ ਸਾਹਿਬ ਜੀ ਦੇ ਪਵਿੱਤਰ ਬਚਨ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਕਿ ਜਿਹੜੀ ਦੇਹੀ ਹੈ, ਸਰੀਰ ਦੇ ਅੰਗ ਹਨ, ਇਹ ਤਾਂ ਮਨੁੱਖਾਂ ਵਾਲੇ ਨੇ, ਪਰ ਜਿਹੜੀ ਅੰਦਰਲੀ ਬਿਰਤੀ ਹੈ ਨਾ, ਸੋਚ, ਇਹ ਤੁਹਾਡੇ ਅੰਦਰ ਹਲੇ ਵੀ ਪਸ਼ੂਆਂ ਵਾਲੀ ਹੈ। ਤ੍ਰਿਪਤ ਲੋਕਾ ਤ੍ਰਿਪਤ ਜੋਗਾ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਤਿੰਨਾਂ ਤਰੀਕਿਆਂ ਦੇ ਲੋਕ ਹੁੰਦੇ ਨੇ। ਇੱਕ ਉੱਤਮ ਪਦਵੀ ਦੇ, ਇੱਕ ਵਿਚਕਾਰਲੇ ਜੋ ਮੱਧਮ ਪਦਵੀ ਦੇ ਹੁੰਦੇ ਨੇ, ਇੱਕ ਬਿਲਕੁਲ ਨੀਚ ਨਖਿੱਧ ਲੋਕ ਹੁੰਦੇ ਨੇ ਜਿਹੜੇ ਭੈੜੇ ਕਰਮ ਕਰਦੇ ਨੇ। ਤ੍ਰਿਵਿਧ ਜੋਗਾ, ਰਜੋ ਤਮੋ ਸਤੋ, ਇਹਨਾਂ ਤਿੰਨਾਂ ਗੁਣਾਂ ਦੇ ਅਧੀਨ ਜੀਵਨ ਬਤੀਤ ਕਰਦੇ ਨੇ ਜੀ। ਸਾਬਤ ਵਿਚਾਰੈ ਚੂਕ ਸਸੋਗਾ। ਇਸ ਪ੍ਰਕਾਰ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਪਰਮੇਸ਼ਰ ਦਾ ਸ਼ਬਦ ਵਿਚਾਰਦਾ ਹੈ ਨਾ, ਸਤ ਸੰਗਤ ਕਰਦਾ ਹੈ, ਉਹਦੇ ਜੀਵਨ ਦੇ ਸਾਰੇ ਜਿਹੜੇ ਸੋਗ ਹਨ, ਚਿੰਤਾ ਨਾਸ਼ ਹੁੰਦੀਆਂ ਨੇ। ਜਲ ਸਾਥ ਸੋ ਸ਼ਬਦ ਹੋਏ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਵਾਹਿਗੁਰੂ ਦਾ ਸ਼ਬਦ ਹੈ ਨਾ, ਇਹਦੇ ਨਾਲ ਹੀ ਜੀਵਨ ਉਜਲ ਹੁੰਦਾ ਹੈ। ਜੋਗੀ ਜੁਗਤ ਵਿਚਾਰੇ ਸੋਏ। ਮਹਾਰਾਜ ਕਹਿੰਦੇ ਅਸਲ ਜੋਗੀ ਤਾਂ ਉਹ ਹੈ ਜੋ ਪਰਮੇਸ਼ਰ ਦੀ ਜੁਗਤੀ ਨੂੰ ਵਿਚਾਰੇ, ਜੋ ਪਰਮੇਸ਼ਰ ਦੇ ਨਾਮ ਨੂੰ ਵਿਚਾਰੇ, ਜਿਹੜਾ ਸ਼ੁਭ ਗੁਣਾਂ ਦਾ ਧਾਰਨੀ ਹੋਵੇ ਜੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਹੈ ਨਾ, ਉਹ 9 ਨਿਧੀਆਂ 18 ਸਿੱਧੀਆਂ ਨੂੰ ਦੇਣ ਵਾਲਾ ਹੈ। ਸਾਰਾ ਸੰਸਾਰ ਉਹਦੇ ਇਸ਼ਾਰਿਆਂ ਤੇ ਚੱਲਦਾ ਹੈ। ਉਹੀ ਸੰਸਾਰ ਨੂੰ ਪੈਦਾ ਕਰ ਰਿਹਾ ਹੈ, ਉਹੀ ਪਾਲ ਰਿਹਾ ਹੈ, ਉਹੀ ਅੰਤਲੇ ਸਮੇਂ ਇਸ ਨੂੰ ਨਾਸ਼ ਕਰਦਾ ਹੈ। ਮਹਾਰਾਜ ਕਹਿੰਦੇ ਜਿੰਨਾ ਸਮਾਂ ਮਨ ਦੇ ਅੰਦਰ, ਚਿੱਤ ਦੇ ਅੰਦਰ ਸੱਚ ਪੈਦਾ ਨਹੀਂ ਹੁੰਦਾ ਨਾ, ਜਿੰਨਾ ਸਮਾਂ ਗੁਰੂ ਨਾਨਕ ਦੀ ਗੁਰਬਾਣੀ ਨਾਲ ਨਹੀਂ ਜੁੜਦੇ, ਉਹਨਾਂ ਸਮਾਂ ਤੁਸੀਂ ਜਤੀ ਸਤੀ ਤੇ ਸੰਜਮੀ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਜਿਹੜਾ ਜੋਗੀ ਸ਼ੁਭ ਗੁਣਾਂ ਦਾ ਧਾਰਨੀ ਹੈ, ਉਹ ਮੇਰਾ ਮਿੱਤਰ ਹੈ। ਮਹਾਰਾਜ ਕਹਿੰਦੇ ਪਖੰਡ ਨੂੰ ਧਾਰਨ ਕਰਕੇ ਸੰਸਾਰ ਨੂੰ ਵਿਖਾਉਂਦੇ ਹੋ। ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਹੰਕਾਰ ਵਧਾਉਂਦੇ ਹੋ। ਮਹਾਰਾਜ ਕਹਿੰਦੇ ਇਹ ਕੂੜ ਦਾ ਭੇਖ ਬਣਾਇਆ ਸਾਰਾ ਪਖੰਡ ਦਾ ਲਿਬਾਸ ਹੈ, ਨਾ ਹਿਰਦਾ ਕਮਾਵੋ, ਤੇ ਜੋ ਸੱਚ ਹੈ ਉਹ ਹਿਰਦੇ ਅੰਦਰ ਕਮਾਇਆ ਨਹੀਂ। ਮਹਾਰਾਜ ਕਹਿੰਦੇ ਜਿੰਨਾ ਸਮਾਂ ਕੋਈ ਨਾਮ ਨਹੀਂ ਜਪਦਾ, ਗੁਰਬਾਣੀ ਨਹੀਂ ਪੜ੍ਹਦਾ, ਤੇ ਸੱਚ ਪ੍ਰਤੀਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੰਸਾਰ ਨੂੰ ਝੂਠਾ ਜਾਣ ਲਿਆ ਹੈ, ਜਿਨ੍ਹਾਂ ਨੂੰ ਆਪਣੀ ਮੌਤ ਚੇਤੇ ਹੈ, ਇਹ ਚੇਤੇ ਹੈ ਕਿ ਇੱਕ ਦਿਨ ਇਹਨਾਂ ਧਨ ਪਦਾਰਥਾਂ ਨੂੰ ਛੱਡ ਕੇ ਚਲੇ ਜਾਣਾ ਹੈ। ਮਹਾਰਾਜ ਕਹਿੰਦੇ ਉਹ ਕਦੇ ਵੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦੇ, ਉਹ ਕਦੇ ਵੀ ਧਰਮ ਦੇ ਨਾਂ ਤੇ ਪਖੰਡ ਨਹੀਂ ਕਰਦੇ ਜੀ।
ਇਕ ਮਨ ਹੋਵੇ ਜੋ ਨਾਮ ਜਪਾਹੀ। ਮਹਾਰਾਜ ਕਹਿੰਦੇ ਜਿਹੜੇ ਇੱਕ ਮਨ ਇੱਕ ਚਿੱਤ ਹੋ ਕਰਕੇ ਸਤ ਸੰਗਤ ਕਰਦੇ ਨਾਮ ਜਪਦੇ ਨੇ, ਮਿਲ ਐਸੋ ਨਾਮੀ ਕੇ ਮਾਹੀ। ਮਹਾਰਾਜ ਕਹਿੰਦੇ ਉਹੀ ਨਾਮ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਜਾ ਮਿਲਦੇ ਨੇ। ਸੁਣਤ ਸ਼ਬਦ ਸਿੱਧ ਸਫਲ ਜਾਏ। ਸਭ ਕਰਕੇ ਇਸ ਪ੍ਰਕਾਰ ਸਤਿਗੁਰਾਂ ਦੇ ਮੁਖੋਂ ਸ਼ਬਦ ਸਾਰੇ ਹੀ ਜਿਹੜੇ ਜੋਗੀ ਸਿੱਧ ਨੇ ਸ਼ਰਮਸਾਰ ਹੋਏ ਨੇ। ਦੂਸਰੇ ਭਏ ਨਾ ਉਤਰ ਆਏ। ਸਾਰਿਆਂ ਨੇ ਚੁੱਪ ਨੂੰ ਧਾਰਨ ਕੀਤਾ ਹੈ, ਅੱਗੋਂ ਕੋਈ ਉੱਤਰ ਕੋਈ ਜਵਾਬ ਨਹੀਂ ਆਉਂਦਾ। ਕਰੀ ਆਦੇਸ਼ ਆਦੇਸ਼ ਬਪੋਰੀ। ਤੇ ਜਿਹੜੇ ਸਤਿਗੁਰਾਂ ਦੇ ਉੱਪਰ ਸ਼ਰਧਾ ਰੱਖਣ ਵਾਲੇ ਪ੍ਰੇਮ ਕਰਦੇ ਨੇ ਨਾ ਜੋਗੀ, ਉਹਨਾਂ ਨੇ ਆਪਣੇ ਮੁਖ ਤੋਂ ਆਦੇਸ਼ ਆਦੇਸ਼ ਦਾ ਸ਼ਬਦ ਉਚਾਰਿਆ ਹੈ। ਆਦੇਸ਼ ਸਿੱਧਾ ਜੋਗੀਆਂ ਦੀ ਬੋਲੀ ਹੈ। ਆਦੇਸ਼ ਦਾ ਅਰਥ ਹੁੰਦਾ ਹੈ हे ਗੁਰੂ ਨਾਨਕ ਨਮਸਕਾਰ ਨਮਸਕਾਰ ਹੈ। ਗਏ ਸਿੱਧ ਸਭ ਔਰੇ ਫੌਰੀ। ਇਸ ਪ੍ਰਕਾਰ ਜਿਹੜੇ ਸਿੱਧ ਨੇ ਸਤਿਗੁਰਾਂ ਦੇ ਕੋਲੋਂ ਉੱਠੇ ਔਰ ਆਪੋ ਆਪਣੇ ਆਸਨਾਂ ਤੇ ਜਾ ਬਿਰਾਜੇ ਨੇ। ਗੁਰਖ ਮਤਾ ਨਾਮ ਇਕ ਥਾਨਾ। ਤੇ ਇਸ ਅਸਥਾਨ ਦਾ ਨਾਮ ਗੋਰਖ ਮਤਾ ਹੈ। ਮਹਾਰਾਜ ਹੁਣ ਯੂਪੀ ਦੇ ਅੰਦਰ ਗਏ ਨੇ। ਜਿਹੜਾ ਗੋਰਖ ਮਤਾ ਅਸਥਾਨ ਵੱਜਦਾ ਸੀ ਨਾ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪਹੁੰਚੇ ਨੇ ਤੇ ਇਸ ਦਾ ਨਾਮ ਨਾਨਕ ਮਤਾ ਪਿਆ ਹੈ। ਇਹ ਗੋਰਖ ਮਤੇ ਦਾ ਅਸਥਾਨ ਹੈ ਜੀ। ਕਹਾਂ ਜਾਏ ਕੀਏ ਆਸਨ ਖਾਨਾ। ਸਾਰੇ ਜੋਗੀ ਗੋਰਖ ਮਤੇ ਦੇ ਅੰਦਰ ਜਾ ਕਰਕੇ ਆਪੋ ਆਪਣੇ ਆਸਨ ਲਾ ਮਹਾਰਾਜੇ ਨੇ। ਬਿਲਕੁਲ ਤਾਰ ਵਿਖਾਲ ਦਸਾਈ। ਕਿਸੇ ਨੇ ਤਾਂ ਇਸ ਪ੍ਰਕਾਰ ਰੁੱਖਾਂ ਦੇ ਪੱਤੇ ਰੱਖੇ ਨੇ, ਕਿਸੇ ਨੇ ਹਰਮ ਦੀ ਖੱਲ ਥੱਲੇ ਵਿਛਾਈ ਹੈ। ਇਹਨਾਂ ਬੈਰਾਗਣ ਭੁਜਾ ਉਠਾਈ। ਤੇ ਕਿਸੇ ਨੇ ਇੱਕ ਉਹ ਬੈਰਾਗਣ ਹੁੰਦੀ ਹੈ ਲੱਕੜ ਦੀ ਬਣੀ ਹੋਈ, ਜਿਹਦੇ ਉੱਪਰ ਹੱਥ ਰੱਖਦੇ ਨੇ। ਕੋਈ ਬੈਰਾਗਣ ਨੂੰ ਲਾ ਕਰਕੇ ਆਪਣੀਆਂ ਬਾਹਾਂ ਉਸ ਉੱਪਰ ਰੱਖ ਕੇ ਬੈਠਾ ਹੈ। ਕਸਮ ਸੰਗ ਅੰਗੇ ਸਤਰੰਗਾ। ਤੇ ਕਿਸੇ ਨੇ ਸਰੀਰ ਉੱਪਰ ਸਵਾਹ ਮਲ ਕੇ ਆਪਣੇ ਸਰੀਰ ਦਾ ਰੰਗ ਜੋ ਚਿੱਟਾ ਕੀਤਾ ਹੈ। ਬੈਠੇ ਮਾਨ ਉਤੰਗਾ। ਸਾਰੇ ਹੀ ਚੁੱਪ ਨੂੰ ਧਾਰਨ ਕਰਕੇ ਬੈਠੇ ਨੇ, ਮੁਖ ਤੋਂ ਚੁੱਪ ਕਰੀ ਬੈਠੇ ਨੇ, ਸ਼ਰਮਸਾਰ ਹੋਏ ਨੇ। ਪਰ ਮਨ ਦੇ ਅੰਦਰ ਹਾਲੇ ਹੰਕਾਰ ਓਨਾ ਹੀ ਹੈ। ਮਨ ਦੇ ਅੰਦਰੋਂ ਹੰਕਾਰ ਨਹੀਂ ਛੱਡਿਆ। ਭਾਵੇਂ ਸਤਿਗੁਰਾਂ ਦੇ ਨਾਲ ਵਿਚਾਰਾਂ ਕਰਦੇ ਤਾਂ ਹਾਰ ਗਏ ਨੇ, ਪਰ ਮਨ ਕਰਕੇ ਨੀਵੇਂ ਨਹੀਂ ਹੋਏ। ਸਿਰ ਤਾਂ ਝੁਕਾ ਦਿੱਤਾ ਹੈ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਹੈ, ਪਰ ਮਨ ਅਜੇ ਨਹੀਂ ਝੁਕਿਆ। ਮਨ ਅਜੇ ਵੀ ਹੰਕਾਰੀ ਹੈ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਕੱਲ੍ਹ ਦੀਆਂ ਕਥਾ ਵਿਚਾਰਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਰਾਮਾਤਾਂ ਇਹਨਾਂ ਜੋਗੀਆਂ ਦੇ ਕੋਲ ਵਰਤਾਉਣਗੇ। ਜਿਹੜਾ ਇਹ ਗੋਰਖ ਮਤਾ ਅਸਥਾਨ ਹੈ, ਇਹ ਯੂਪੀ ਦੇ ਅੰਦਰ ਹੈ ਸੰਗਤ ਜੀ। ਤੇ ਮਹਾਰਾਜ ਇੱਥੇ ਉਪਦੇਸ਼ ਦੇਣਗੇ ਸਾਰਿਆਂ ਸਿਧਾਂਤਾਂ। ਤੇ ਫਿਰ ਇਹ ਗੋਰਖ ਮਤੇ ਤੋਂ ਨਾਨਕ ਮਤੇ ਵਾਲਾ ਅਸਥਾਨ ਵੱਜੇਗਾ। ਇਸ ਪ੍ਰਕਾਰ ਕਥਾ ਵਿਚਾਰਾਂ ਆਈਆਂ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ ਹੈ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਹਿਜ ਸਿੱਧੀ ਮਨ ਬਚੀਆਂ ਬਾਧਾਈਆਂ। ਰਾਗ ਰਤਨ ਪਰਵਾਰ ਕਰਿਆ ਸ਼ਬਦ ਗਾਵਨ ਆਇਆ। ਸਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਤੂੰ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕੱਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਮ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਕੀਤਾ ਗੁਰ ਬਿਟਾ ਜੈਸਨੀਆਂ ਇਹ ਵਡਿਆਈਆਂ ਆਹੈ ਨਾਨਕ ਸੁਨੋ ਸੰਤੋ ਸਬਦ ਤਰਹ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਤ ਘਰ ਭਾਗੈ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਪੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸਪੋ ਆਦਿਤ ਕਰ ਅਨਹਦ ਵਾਜੇ ਆਨੰਦ ਸਮਾਹਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸ ਪੂਰੇ ਦੂਖ ਲੋਕ ਸਤਾ ਤੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਸੇ ਪੂਰੇ ਗੁਰਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਹਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਨਾਥਾ ਤਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।